ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਖਿਆ ਹੋਇਆ ਮੁੱਦਾ, ਜਿਸ ਦੇ ਉੱਪਰ ਤੁਸੀਂ ਰੋਜ਼ ਵੀਡੀਓ ਸਮਾਜਿਕ ਮਾਧਿਅਮਾਂ ਦੇ ਉੱਪਰ ਵੇਖ ਰਹੇ ਹੋ ਕਿ ਸ੍ਰੀ ਦਰਬਾਰ ਸਾਹਿਬ ਪ੍ਰੀਸਰ ਦੀ ਅਕਾਲ ਤਖਤ ਸਾਹਿਬ ਵਾਲੀ ਬਾਹੀ ਦੇ ਬਾਰ-ਬਾਰ ਜੋੜਾ ਘਰ ਦੀ ਇਮਾਰਤ ਤਾਮੀਰ ਕਰਨ ਦੇ ਦੌਰਾਨ ਕਾਰ ਸੇਵਾ ਵਾਲੇ ਬਾਬਿਆਂ ਦੇ ਵੱਲੋਂ ਜਦੋਂ ਖੁਦਾਈ ਕੀਤੀ ਗਈ ਤੇ ਅੰਦਰੋਂ ਇੱਕ ਪੁਰਾਣੀਆਂ ਇੱਟਾਂ ਦੀ ਇਮਾਰਤ ਨਿਕਲੀ। ਉਹ ਇਮਾਰਤ ਕਿਹੜੀ ਹੈ, ਉਸ ਦੇ ਵਾਰਿਸ ਕੌਣ ਨੇ, ਇਤਿਹਾਸਕ ਤੌਰ ਤੇ ਉਸ ਦੀ ਪ੍ਰਮਾਣਿਕਤਾ ਕੀ ਹੈ, ਇਤਿਹਾਸਕ ਤੌਰ ਤੇ ਉਸ ਦੀ ਅਹਿਮੀਅਤ ਕੀ ਹੈ, ਜਾਂ ਫਿਰ ਉਹ ਪੁਰਾਣੀ ਕਿੰਨੀ ਕੁ ਹੈ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਖੋਜ ਕਰ ਰਹੇ ਨੇ। ਰੋਜ਼ ਨਵੇਂ ਲੇਖ, ਨਵੇਂ ਉਹਨਾਂ ਦੇ ਬਿਆਨ, ਨਵੀਆਂ ਗੱਲਾਂ ਜਿਹੜੀਆਂ ਉਹ ਮੀਡੀਆ ਦੇ ਵਿੱਚ ਆ ਰਹੀਆਂ ਨੇ। ਵੀਡੀਓ ਤੁਸੀਂ ਤਕਰੀਬਨ ਸਾਰਿਆਂ ਨੇ ਵੇਖੀ ਹੈ ਕਿ ਜਿਸ ਵੇਲੇ ਇਸ ਪਾਸੇ ਜਿਹੜੀ ਅਕਾਲ ਤਖਤ ਸਾਹਿਬ ਦੀ ਜੋੜਾ ਘਰ ਵਾਲੀ ਬਾਹੀ ਹੈ, ਜਿੱਧਰ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਵੀ ਹੈ, ਕਿ ਇਸ ਪਾਸੇ ਜਦੋਂ ਨਵੀਂ ਇਮਾਰਤ ਤਮੀਰ ਕਰਨ ਦੇ ਵਾਸਤੇ ਕਾਰ ਸੇਵਾ ਵਾਲੇ ਬਾਬਿਆਂ ਦੇ ਵੱਲੋਂ ਖੁਦਾਈ ਕੀਤੀ ਗਈ ਤਾਂ ਉਸ ਖੁਦਾਈ ਦੇ ਦੌਰਾਨ ਅੰਦਰੋਂ ਇੱਕ ਪੁਰਾਤਨ ਜਿਹੜੀ ਇਮਾਰਤ, ਉਸ ਦਾ ਕਹਿ ਸਕਦੇ ਹੋ ਕਿ ਖੰਡਰ ਜਿਹੜਾ ਉਹ ਨਿਕਲਿਆ। ਸੋ ਇਸ ਸਾਰੇ ਮਸਲੇ ਨੇ ਸਿੱਖ ਕੌਮ ਦੇ ਵਿੱਚ ਇੱਕ ਨਵੇਂ ਵਿਵਾਦ ਨੂੰ ਵੀ ਜਨਮ ਦਿੱਤਾ ਹੈ ਤੇ ਵਧੀਆ ਰੂਪ ਦੇ ਵਿੱਚ ਇੱਕ ਸੰਵਾਦ ਨੂੰ ਵੀ ਜਨਮ ਦਿੱਤਾ ਹੈ। ਕੌਮ ਦੇ ਵਿੱਚ ਸਮਾਜਿਕ ਮਾਧਿਅਮਾਂ ਦੇ ਉੱਪਰ ਜਿਸ ਤਰ੍ਹਾਂ ਦੀ ਇੱਕ ਦੂਜੇ ਪ੍ਰਤੀ ਦੂਸ਼ਣਬਾਜ਼ੀ ਹੋਈ ਹੈ, ਉਸ ਤੋਂ ਤਾਂ ਇੰਝ ਲੱਗਦਾ ਹੈ ਕਿ ਇੱਕ ਵਿਵਾਦ ਨੂੰ ਜਨਮ ਦਿੱਤਾ ਗਿਆ ਹੈ। ਪਰ ਜਿਸ ਤਰ੍ਹਾਂ ਦੇ ਨਾਲ ਇਸ ਮੁੱਦੇ ਤੋਂ ਬਾਅਦ ਕੌਮ ਦੀ ਨੌਜਵਾਨੀ ਦੇ ਵਿੱਚ ਇੱਕ ਤਰ੍ਹਾਂ ਦੀ ਚੇਤਨਤਾ ਦਾ ਪ੍ਰਕਾਸ਼ ਹੋਇਆ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਪੁਰਾਣੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਨੇ ਉਹਨਾਂ ਦੀ ਸੰਭਾਲ ਕਰਨੀ ਹੈ, ਤਾਂ ਉਹਦੇ ਨਾਲ ਇੱਕ ਚੰਗੇ ਸੰਵਾਦ ਦਾ ਜਨਮ ਵੀ ਹੋਇਆ, ਇੱਕ ਚੰਗੀ ਚਰਚਾ ਦਾ ਜਨਮ ਵੀ ਹੋਇਆ ਕਿ ਕਮ ਸੇ ਕਮ ਸਾਡੀ ਕੌਮ ਦੇ ਵਿੱਚ ਕਿਤੇ ਨਾ ਕਿਤੇ ਇਸ ਅਹਿਸਾਸ ਨੇ ਤੇ ਜਨਮ ਲਿਆ ਹੈ ਕਿ ਸਾਨੂੰ ਆਪਣੀਆਂ ਪੁਰਾਤਨ ਇਮਾਰਤਾਂ, ਸਾਨੂੰ ਆਪਣੀਆਂ ਵਿਰਾਸਤੀ ਇਮਾਰਤਾਂ, ਸਾਨੂੰ ਆਪਣੇ ਇਤਿਹਾਸਕ ਜਿਹੜੇ ਆਰਟੀਫੈਕਟ ਜਾਂ ਹੋਰ ਜੋ ਕੁਛ ਵੀ ਹੈ ਉਸ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜਾ ਸਾਰਾ ਜੋ ਕੁਛ ਵਰਤਾਰਾ ਚੱਲ ਰਿਹਾ ਹੈ, ਇਹਦੇ ਪਿਛੋਕੜ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਉਹ ਜ਼ਰੂਰੀ ਇਸ ਕਰਕੇ ਹੈ ਕਿ ਜਿੰਨਾ ਚਿਰ ਤੱਕ ਸਾਨੂੰ ਇਸ ਸਾਰੇ ਕਹਿ ਸਕਦੇ ਹੋ ਕਿ ਜਿਹੜੀ ਇਮਾਰਤ ਜਿਸ ਇਲਾਕੇ ਦੇ ਵਿੱਚੋਂ ਜਾਂ ਜਿਸ ਖੇਤਰ ਦੇ ਵਿੱਚੋਂ ਅੰਦਰੋਂ ਪਟਾਈ ਕਰਨ ਤੋਂ ਬਾਅਦ ਮਿਲੀ ਹੈ, ਉੱਥੇ ਕਿਹੜੀਆਂ ਇਮਾਰਤਾਂ ਸਨ, ਉਹ ਇਮਾਰਤਾਂ ਕਦੋਂ ਤਾਮੀਰ ਹੋਈਆਂ, ਉਹ ਜ਼ਮੀਨਦੋਜ਼ ਕਦੋਂ ਹੋਈਆਂ, ਭਾਵ ਕਿ ਉਹ ਦਫਨ ਕਦੋਂ ਹੋਈਆਂ, ਉਹਨਾਂ ਇਮਾਰਤਾਂ ਦੇ ਵਾਰਿਸ ਕੌਣ ਸਨ, ਉਹ ਇਮਾਰਤਾਂ ਕੀ ਦਰਬਾਰ ਸਾਹਿਬ ਦਾ ਹਿੱਸਾ ਸਨ ਪ੍ਰੀਸਰ ਦਾ, ਜਾਂ ਦਰਬਾਰ ਸਾਹਿਬ ਪ੍ਰੀਸਰ ਦਾ ਹਿੱਸਾ ਨਹੀਂ ਸਨ। ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਮੂਲ ਰੂਪ ਦੇ ਵਿੱਚ ਤਾਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਇੱਕ ਤਾਂ ਸਾਨੂੰ ਸਾਰੇ ਹੀ ਇਤਿਹਾਸਕ ਤੱਥਾਂ ਦੀ ਜਾਣਕਾਰੀ ਹੋਵੇ, ਦੂਸਰੀ ਵਾਪਰੇ ਵਰਤਾਰਿਆਂ ਦਾ ਤੇ ਮੌਜੂਦਾ ਸਮੇਂ ਦੇ ਉੱਪਰ ਚੱਲ ਰਹੀ ਚਰਚਾ ਦੇ ਵਿੱਚੋਂ ਪ੍ਰਗਟ ਹੋਣ ਵਾਲੇ ਜਿਹੜੇ ਤੱਥ ਨੇ ਉਹਨਾਂ ਦਾ ਸਾਰਾ ਗਿਆਨ ਹੋਵੇ। ਸੋ ਪਹਿਲੀ ਗੱਲ ਤੇ ਜਦੋਂ ਇਹ ਗੱਲ ਆਉਂਦੀ ਹੈ ਬੁੰਗਾ, ਕਿਉਂਕਿ ਜਿਹੜੀਆਂ ਇਮਾਰਤਾਂ ਜ਼ਮੀਨਦੋਜ਼ ਨੇ ਜਾਂ ਜਿਹੜੀਆਂ ਹੁਣ ਸਾਨੂੰ ਨਜ਼ਰ ਆ ਰਹੀਆਂ ਨੇ ਜ਼ਮੀਨ ਦੀ ਖੁਦਾਈ ਤੋਂ ਬਾਅਦ, ਉਹਨਾਂ ਦੇ ਬਾਰੇ ਅਕਸਰ ਇਹੀ ਸ਼ਬਦ ਆ ਰਹੇ ਨੇ ਕਿ ਇੱਥੇ ਗਿਆਨੀਆਂ ਦਾ ਬੁੰਗਾ ਸੀ, ਜਾਂ ਜਿਸ ਨੂੰ ਗੁਰਦਾਸਕਿਆਂ ਦਾ ਬੁੰਗਾ ਵੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਇਹਦੇ ਨਾਲ ਹੋਰ ਵੀ ਕਈ ਬੁੰਗੇ ਸੀ, ਜਿਵੇਂ ਨਕਈ ਸਰਦਾਰਾਂ ਦਾ ਬੁੰਗਾ ਸੀ, ਉਸ ਤੋਂ ਬਾਅਦ ਅਭੈ ਸਿੰਘ ਹੁਕਮਨਾਮੇ ਵਾਲਿਆਂ ਦਾ ਬੁੰਗਾ ਸੀ, ਸਭ ਤੋਂ ਪਹਿਲਾਂ ਜਿਹੜਾ ਕੁੰਮੇਦਾਨ ਮੀਹਾਂ ਸਿੰਘ ਦਾ ਬੁੰਗਾ ਸੀ। ਸੋ ਪਹਿਲੀ ਗੱਲ ਤੇ ਹੈ ਬੁੰਗਾ ਸ਼ਬਦ ਨੂੰ ਸਮਝਣਾ, ਕਿਉਂਕਿ ਜਦੋਂ ਅਸੀਂ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਜਿਹੜੇ ਬੁੰਗਾ ਸ਼ਬਦ ਦੇ ਅਰਥ ਕੀਤੇ ਨੇ, ਜਦੋਂ ਅਸੀਂ ਉਹਨਾਂ ਨੂੰ ਵੇਖਾਂਗੇ ਤਾਂ ਆ ਜਾ ਕੇ ਇਸ ਦਾ ਅਰਥ ਸਾਨੂੰ ਬੜੇ ਛੋਟੇ ਰੂਪ ਦੇ ਵਿੱਚ ਜਿਹੜਾ ਹੈ ਉਹ ਮਿਲੇਗਾ, ਉਹ ਹੈ ਇੱਕ ਰਹਾਇਸ਼ਗਾਹ।
ਪਰ ਜਦੋਂ ਅਸੀਂ ਲੁਗਾਤੇ ਫਾਰਸੀ ਦੇ ਵਿੱਚ ਜਿਹੜੇ ਫਾਰਸੀ ਦੇ ਸ਼ਬਦਕੋਸ਼ ਨੇ, ਜਦੋਂ ਅਸੀਂ ਉਹਨਾਂ ਦੇ ਵਿੱਚ ਬੁੰਗਾ ਹਾਹੇ ਦੇ ਨਾਲ ਆ, ਅਸੀਂ ਕੰਨੇ ਦੇ ਨਾਲ ਵੈਸੇ ਅਕਸਰ ਪੰਜਾਬੀ 'ਚ ਲਿਖਦੇ ਹਾਂ, ਜਦੋਂ ਉਹਦੇ ਵਿੱਚ ਅਸੀਂ ਇਸ ਦੇ ਅਰਥ ਵੇਖਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਕੇਵਲ ਤੇ ਕੇਵਲ ਇੱਕ ਪਰਿਵਾਰਕ ਰਿਹਾਇਸ਼ ਨੂੰ ਬੁੰਗਾ ਨਹੀਂ ਕਿਹਾ ਜਾਂਦਾ, ਬਲਕਿ ਉਹ ਰਿਹਾਇਸ਼ ਜਿੱਥੇ ਬਹੁ ਗਿਣਤੀ ਲੋਕ ਰਹਿ ਸਕਦੇ ਨੇ, ਔਰ ਇੱਥੋਂ ਤੱਕ ਕਿ ਜਿੱਥੇ ਘੋੜੇ ਵੀ ਬੰਨੇ ਜਾ ਸਕਦੇ ਨੇ, ਭਾਵ ਕਿ ਇੱਕ ਵੱਡੀ ਇਮਾਰਤ ਜਿਹੜੀ ਹੈ ਉਸ ਨੂੰ ਬੁੰਗਾ ਕਿਹਾ ਜਾਂਦਾ ਹੈ। ਪਰ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੈ ਕਿ ਜਦੋਂ ਸਾਡੇ ਸਾਹਮਣੇ ਬੁੰਗਾ ਸ਼ਬਦ ਆਉਂਦਾ ਹੈ ਤਾਂ ਉਸ ਵੇਲੇ ਜਦੋਂ ਅਸੀਂ ਰਾਮਗੜੀਆ ਬੁੰਗੇ ਵੱਲ ਵੇਖਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਇਹ ਵੀ ਗੱਲ ਆ ਜਾਂਦੀ ਹੈ ਕਿ ਸ਼ਾਇਦ ਇਹ ਜਿਹੜੇ ਉੱਚੇ ਮਨਾਰ ਨੇ ਇਹਨਾਂ ਨੂੰ ਬੁੰਗੇ ਕਿਹਾ ਜਾਂਦਾ ਹੈ। ਨਹੀਂ, ਇਹ ਕੇਵਲ ਤੇ ਕੇਵਲ ਰਾਮਗੜੀਆ ਬੁੰਗਾ ਹੀ ਹੈ ਜਿਹੜਾ ਜਿਸ ਦੀ ਤਾਮੀਰ 1813 ਦੇ ਵਿੱਚ ਹੋਈ ਤੇ ਜਿਸ ਦੇ ਨਾਲ ਇਹ ਉੱਚੇ ਮਨਾਰ ਜਿਹੜੇ ਸੀਗੇ ਉਹ ਬਣਾਏ ਗਏ। ਜਿਹੜੇ ਬਾਕੀ ਬੁੰਗੇ ਨੇ ਜਿਨ੍ਹਾਂ ਦੀ ਗਿਣਤੀ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ, ਕਿਉਂਕਿ ਕੁਝ ਸਰੋਤਾਂ ਦੇ ਵਿੱਚ 84 ਲਿਖੀ ਗਈ ਹੈ, ਕੁਝ ਦੇ ਵਿੱਚ 71 ਹੈ ਤੇ ਕੁਝ ਜਿਹੜੇ ਸਰੋਤ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਗਿਣਤੀ 69 ਜਿਹੜੀ ਹੈ ਉਹ ਲਿਖੀ ਗਈ ਹੈ। ਸੋ ਇਸ ਸਾਰੇ ਇਤਿਹਾਸਕ ਪਿਛੋਕੜ ਨੂੰ ਜਾਣਨ ਦੇ ਵਾਸਤੇ ਸਭ ਤੋਂ ਪਹਿਲਾਂ ਤੇ ਸਾਨੂੰ ਜਾਣਨਾ ਪਵੇਗਾ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਇਸ ਅੰਮ੍ਰਿਤਸਰ ਸ਼ਹਿਰ ਨੂੰ, ਜਿਸ ਦਾ ਅੱਜ ਨਾਮ ਅਸੀਂ ਅੰਮ੍ਰਿਤਸਰ ਕਹਿੰਦੇ ਹਾਂ, ਜਦੋਂ ਇਸ ਸ਼ਹਿਰ ਨੂੰ ਵਸਾਇਆ ਤਾਂ ਇਸ ਸ਼ਹਿਰ ਦੀ ਅੰਦਰੂਨੀ ਕਹਿ ਸਕਦੇ ਹੋ ਕਿ ਜਿਹੜੀ ਹੱਦਬੰਦੀ ਸੀ, ਉਹ ਜਿੰਨੀ ਵੀ ਜ਼ਮੀਨ ਹੈ ਉਹ ਮੁੱਲ ਖਰੀਦੀ ਹੋਈ ਜ਼ਮੀਨ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਪੁਰਾਣਾ ਅੰਮ੍ਰਿਤਸਰ ਸ਼ਹਿਰ ਹੈ ਉਸ ਸਾਰੇ ਸ਼ਹਿਰ ਦੀ ਜ਼ਮੀਨ ਇਸ ਸ਼ਹਿਰ ਨੂੰ ਵਸਾਉਣ ਕਰਕੇ ਗੁਰੂ ਸਾਹਿਬ ਨੇ ਮੁੱਲ ਖਰੀਦੀ ਹੈ, ਜਿਸ ਦਾ ਬਕਾਇਦਾ ਦੇ ਤੌਰ ਤੇ ਅਕਬਰ ਦੇ ਸਮੇਂ ਦੇ ਜਿਹੜੇ ਜ਼ਮੀਨੀ ਬੰਦੋਬਸਤ ਦੇ ਕਾਗਜ਼ਾਤ ਨੇ ਉਹਨਾਂ ਦੇ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਕਿਉਂਕਿ ਇਹ ਕੇਵਲ ਤੇ ਕੇਵਲ ਦਰਬਾਰ ਸਾਹਿਬ ਦੀ ਉਸਾਰੀ ਹੀ ਨਹੀਂ ਕਰਨੀ ਸੀ, ਬਲਕਿ ਇੱਕ ਸ਼ਹਿਰ ਨੂੰ ਵਸਾਉਣਾ ਸੀ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਜਦੋਂ ਸਰੋਵਰ ਦੀ ਪਟਾਈ ਕੀਤੀ ਗਈ ਤੇ ਸਰੋਵਰ ਦੀ ਪਟਾਈ ਦੇ ਦੌਰਾਨ ਜਿਹੜੀ ਵਿੱਚੋਂ ਮਿੱਟੀ ਨਿਕਲੀ, ਉਸ ਮਿੱਟੀ ਦੇ ਨਾਲ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਆਲੇ ਦੁਆਲੇ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਕਾਰੀਗਰ ਸਨ, ਜਿਹੜੇ ਸਿੱਖ ਸਨ, ਜਿਹੜੇ ਸੇਵਕ ਸਨ, ਜਿਹੜੇ ਗੁਰੂ ਸਾਹਿਬ ਨੇ ਵੱਖ-ਵੱਖ ਕਿੱਤਿਆਂ ਦੇ ਜਿਹੜੇ ਲੋਕ ਮੰਗਵਾ ਕੇ ਵੱਖ-ਵੱਖ ਬਾਜ਼ਾਰ ਵਸਾਏ ਸਨ, ਉਸ ਸਰੋਵਰ ਨੂੰ ਪੁੱਟਣ ਦੇ ਵਿੱਚੋਂ ਨਿਕਲੀ ਹੋਈ ਮਿੱਟੀ ਦੇ ਨਾਲ ਉਹਨਾਂ ਨੇ ਇਸ ਪਰਿਸਰ ਦੇ ਆਲੇ ਦੁਆਲੇ ਆਪਣੀਆਂ ਦੁਕਾਨਾਂ ਤੇ ਆਪਣੇ ਮਕਾਨ ਜਿਹੜੇ ਸੀ ਉਹ ਤਾਮੀਰ ਕੀਤੇ। ਕੁਝ ਮਕਾਨ ਬਹੁਤ ਵੱਡੇ ਵੀ ਤਾਮੀਰ ਕਰਵਾਏ ਗਏ ਗੁਰੂ ਸਾਹਿਬ ਦੀ ਦੇਖ ਰੇਖ ਦੇ ਵਿੱਚ, ਜਿਨ੍ਹਾਂ ਦੇ ਵਿੱਚ ਬਾਹਰੋਂ ਆਈਆਂ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਆਉਂਦੀਆਂ ਸਨ, ਉਹਨਾਂ ਦੇ ਵਿਸ਼ਰਾਮ ਕਰਨ ਦੀ ਜਾਂ ਰਿਹਾਇਸ਼ ਦੀ ਜਗ੍ਹਾ ਸੀ। ਸਮਾਂ ਬੀਤਦਾ ਗਿਆ, 100-150 ਸਾਲ ਦੇ ਵਿੱਚ ਬਹੁਤ ਸਾਰੇ ਮਕਾਨ ਉਹਨਾਂ ਸਮਿਆਂ ਦੇ ਵਿੱਚ ਪੱਕੇ ਵੀ ਬਣੇ, ਕੁਛ ਬਦਲੇ ਵੀ, ਕੁਛ ਛੋਟੇ ਤੋਂ ਵੱਡੇ ਵੀ ਹੋਏ, ਕੁਛ ਵੱਡੇ ਤੋਂ ਛੋਟੇ ਵੀ ਹੋਏ, ਜਿਸ ਤਰ੍ਹਾਂ ਅਕਸਰ ਹੁੰਦਾ ਹੈ ਸ਼ਹਿਰਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਆ ਜਾਂਦੇ ਹਾਂ, ਕਿਉਂਕਿ ਅਸੀਂ ਜ਼ਿਆਦਾ ਜਿਹੜਾ ਕੰਸਨਟਰੇਟ ਕਰਨਾ ਹੈ, ਜਿਹੜਾ ਜ਼ਿਆਦਾ ਧਿਆਨ ਦੇਣਾ ਹੈ ਉਹ ਬੁੰਗਿਆਂ ਦੇ ਉੱਪਰ ਦੇਣਾ ਹੈ। ਸੋ ਉਸ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਹੈ ਤੇ ਸ੍ਰੀ ਦਰਬਾਰ ਸਾਹਿਬ ਪਰਿਸਰ ਦੀ ਬੇਅਦਬੀ ਕੀਤੀ ਹੈ, ਉਸ ਸਮੇਂ ਸਾਨੂੰ ਇਤਿਹਾਸ ਦੇ ਸਰੋਤਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਜਿੰਨੇ ਵੀ ਆਲੇ ਦੁਆਲੇ ਦਰਬਾਰ ਸਾਹਿਬ ਪਰਿਸਰ ਦੇ ਆਲੇ ਦੁਆਲੇ ਉਸ ਸਮੇਂ ਦੇ ਵਿੱਚ ਵੱਡੇ ਤੇ ਛੋਟੇ ਮਕਾਨ, ਦੁਕਾਨਾਂ ਜਾਂ ਰਿਹਾਇਸ਼ਗਾਹਾਂ ਸਨ, ਉਹਨਾਂ ਸਾਰਿਆਂ ਨੂੰ ਮਲੀਆ ਮੇਟ ਕਰ ਦਿੱਤਾ ਗਿਆ। ਅਬਦਾਲੀ ਤਕਰੀਬਨ ਵੱਡੇ ਘੱਲੂਘਾਰੇ ਤੋਂ ਬਾਅਦ ਦੁਬਾਰਾ ਸਿੰਘਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਆ ਕੇ ਲੜਨ ਦਾ ਹੌਸਲਾ ਨਾ ਕਰ ਸਕਿਆ। ਮਿਸਲਾਂ ਜਿਹੜੀਆਂ ਸੀ ਹੌਲੀ ਹੌਲੀ ਤਾਕਤਵਰ ਹੁੰਦੀਆਂ ਗਈਆਂ ਤੇ ਜਦੋਂ ਦਰਬਾਰ ਸਾਹਿਬ ਦੀ ਮੁੜ ਉਸਾਰੀ ਕਰਵਾਈ ਗਈ ਤਾਂ ਉਸ ਸਮੇਂ ਕੁਝ ਮਿਸਲਾਂ ਦੇ ਮੁਖੀਆਂ ਨੇ ਦਰਬਾਰ ਸਾਹਿਬ ਦੀ ਨਿਗਰਾਨੀ ਦੇ ਵਾਸਤੇ ਆਪਣੇ ਜਿਹੜੇ ਸੀ ਕੁਝ ਬੁੰਗੇ ਤਾਮੀਰ ਕਰਵਾਏ। ਉਹਨਾਂ ਦਾ ਕੇਵਲ ਤੇ ਕੇਵਲ ਨਿਸ਼ਾਨਾ ਇੱਥੋਂ ਤੱਕ ਸੀ ਕਿ ਉਹਨਾਂ ਬੁੰਗਿਆਂ ਦੇ ਵਿੱਚ ਕੁਝ ਸ਼ਸਤਰਧਾਰੀ ਸੂਰਮੇ, ਕੁਝ ਘੋੜਸਵਾਰ, ਕੁਝ ਉਹਨਾਂ ਦੇ ਸ਼ਸਤਰ ਹਮੇਸ਼ਾ ਹੀ ਉੱਥੇ ਕਹਿ ਸਕਦੇ ਹੋ ਕਿ ਰਹਿੰਦੇ ਸੀ, ਜਿਹੜੇ ਕਿ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੇ ਉੱਪਰ ਹੋਣ ਵਾਲੇ ਕਿਸੇ ਵੀ ਹਮਲੇ ਦਾ ਬਚਾਅ ਕਰ ਸਕਦੇ ਸੀ। ਸੋ ਉਹਨਾਂ ਸਮਿਆਂ ਦੇ ਵਿੱਚ ਸਾਨੂੰ ਥੋੜ੍ਹਾ ਥੋੜ੍ਹਾ ਇਹ ਜਿਹੜਾ ਪੱਖ ਮਿਲਣਾ ਸ਼ੁਰੂ ਹੋ ਜਾਂਦਾ ਹੈ।
ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਬੁੰਗਿਆਂ ਦੀ ਤਾਮੀਰ ਦੀ ਗੱਲ ਆਉਂਦੀ ਹੈ ਕਿ ਬਹੁਤ ਸਾਰੇ ਜਿਹੜੇ ਬੁੰਗੇ ਸੀ ਉਹ ਬਣਾਏ ਗਏ, ਤਾਂ ਇਹ ਤਕਰੀਬਨ ਸੰਨ 1800 ਤੋਂ ਲੈ ਕੇ 1882 ਤੱਕ ਬਹੁਤ ਸਾਰੇ ਬੁੰਗੇ ਉਹ ਨੇ ਜਿਨ੍ਹਾਂ ਦੀ ਜੇਕਰ ਤੁਸੀਂ ਤਾਮੀਰ ਕਰਨ ਦੀ ਤਾਰੀਖ ਵੇਖੋਗੇ ਤਾਂ ਉਹ ਸੰਨ 1800 ਈਸਵੀ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਅਖੀਰਲਾ ਜਿਹੜਾ ਬੁੰਗਾ ਹੈ ਉਹ 1882 ਦੇ ਵਿੱਚ ਬਣਦਾ ਹੈ। ਭਾਵ ਕਿ 82 ਕੁ ਸਾਲਾਂ ਦੇ ਵਿੱਚ ਇਹ ਜਿੰਨੇ ਵੀ ਬੁੰਗੇ ਨੇ ਉਹਨਾਂ ਦੀ ਤਾਮੀਰ ਹੋਈ, ਜਾਂ ਕਹਿ ਸਕਦੇ ਹੋ ਕਿ ਉਹ ਬੁੰਗੇ ਜਿਹੜੇ ਸੀ ਉਹ ਬਣਾਏ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਹਿ ਸਕਦੇ ਹੋ, ਕਿਉਂਕਿ 1800 ਦੇ ਵਿੱਚ ਉਹ ਲਾਹੌਰ ਦੇ ਉੱਪਰ ਕਾਬਜ ਹੋ ਚੁੱਕੇ ਸੀ, ਜਾਂ ਕਹਿ ਸਕਦੇ ਹੋ ਕਿ ਸਿੱਖ ਰਾਜ ਜਿਹੜਾ ਉਹ ਹੋਂਦ ਦੇ ਵਿੱਚ ਆ ਚੁੱਕਾ ਸੀ। ਸੋ ਕਹਿ ਸਕਦੇ ਹਾਂ ਅਸੀਂ ਕਿ ਜਿੰਨੇ ਵੀ ਬੁੰਗਿਆਂ ਦੀ ਤਾਮੀਰ ਹੋਈ ਹੈ, ਮਿਸਾਲ ਦੇ ਤੌਰ ਤੇ ਚਾਹੇ ਉਹ ਬੁੰਗਾ ਰਾਮਗੜੀਆ ਹੈ 1813 ਦੇ ਵਿੱਚ, ਹੋਰ ਵੀ ਕਈ ਜਿਹੜੇ ਬੁੰਗੇ ਨੇ, ਜਿੰਨੇ ਬੁੰਗਿਆਂ ਦੀ ਤਾਮੀਰ ਹੋਈ ਹੈ ਉਹ ਤਕਰੀਬਨ 1801-2 ਤੋਂ ਲੈ ਕੇ 1882 ਤੱਕ ਹੋਈ ਹੈ। ਸੋ ਇਹਨਾਂ ਬੁੰਗਿਆਂ ਦੀ ਤਾਰੀਖ ਤੋਂ ਜਾਂ ਉਹਨਾਂ ਦੀ ਤਾਮੀਰ ਦਾ ਜਿਹੜਾ ਵਕਤ ਹੈ ਉਹਦੇ ਤੋਂ ਇਹ ਸਿੱਟਾ ਤਾਂ ਸਹਿਜੇ ਕੱਢਿਆ ਜਾ ਸਕਦਾ ਹੈ ਕਿ ਇਹ ਬੁੰਗੇ ਪੁਰਾਣੇ ਕਿੰਨੇ ਸਨ। ਅਗਲੀ ਗੱਲ ਕਿ ਇਹ ਜਿਹੜੇ ਬੁੰਗੇ ਨੇ ਇਹ ਸਾਰੇ ਹੀ ਦਰਬਾਰ ਸਾਹਿਬ ਪਰਿਸਰ ਦੇ ਆਲੇ ਦੁਆਲੇ ਸਨ, ਤੇ ਜਿਹੜੇ ਅੱਜ ਦਰਬਾਰ ਸਾਹਿਬ ਨੂੰ ਜਾਣ ਦੇ ਰਸਤੇ ਨੇ ਉਹ ਰਸਤੇ ਉਹਨਾਂ ਸਮਿਆਂ ਦੇ ਵਿੱਚ ਨਹੀਂ ਸਨ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਦਰਬਾਰ ਸਾਹਿਬ ਪਰਿਸਰ ਦਾ ਜਿੰਨਾ ਆਲਾ ਦੁਆਲਾ ਹੈ, ਇਹਦੇ ਆਲੇ ਦੁਆਲੇ ਸਾਰੇ ਹੀ ਜਿਹੜੇ ਉਸ ਸਮੇਂ ਦੇ ਮਿਸਲਾਂ ਦੇ ਸਰਦਾਰ ਸਨ, ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ, ਜਾਂ ਵੱਡੇ ਸਰਦਾਰ ਘਰਾਣੇ ਸਨ, ਜਾਂ ਇਲਾਕੇ ਦੀਆਂ ਸੰਗਤਾਂ ਸਨ, ਇਹਨਾਂ ਸਾਰਿਆਂ ਨੇ ਹੀ ਆਪਣੇ ਆਪਣੇ ਜਿਹੜੇ ਬੁੰਗੇ ਸੀ ਉਹ ਤਿਆਰ ਕਰਵਾਏ ਹੋਏ ਸੀ। ਇਹਨਾਂ ਬੁੰਗਿਆਂ ਦੇ ਜਿਹੜੇ ਨਾਮ ਨੇ, ਕੁਛ ਬੁੰਗਿਆਂ ਦੇ ਨਾਮ ਮਿਸਲਾਂ ਦੇ ਨਾਮ ਤੇ, ਜਿਵੇਂ ਕਿ ਨਕਈ ਸਰਦਾਰਾਂ ਦਾ ਬੁੰਗਾ, ਇਸੇ ਤਰ੍ਹਾਂ ਦੇ ਨਾਲ ਮਾਨਾਂ ਵਾਲੇ ਸਰਦਾਰਾਂ ਦਾ ਬੁੰਗਾ। ਇਹ ਕੁਝ ਬੁੰਗੇ ਨੇ ਜਿਹੜੇ ਤੁਹਾਨੂੰ ਮਿਸਲਾਂ ਦੇ ਨਾਮ ਦੇ ਉੱਪਰ ਮਿਲਣਗੇ, ਕੁਝ ਬੁੰਗੇ ਵਿਅਕਤੀਆਂ ਦੇ ਨਾਮ ਦੇ ਉੱਪਰ ਮਿਲਣਗੇ, ਜਿਸ ਤਰ੍ਹਾਂ ਕਿ ਸਰਦਾਰ ਮੀਹਾਂ ਸਿੰਘ ਕੁੰਮੇਦਾਨ ਦਾ ਕੁੰਬਾ ਜਿਹੜਾ ਹੈਗਾ ਹੈ ਬੁੰਗਾ। ਉਸ ਤੋਂ ਇਲਾਵਾ ਕੰਵਰ ਨੌ ਨਿਹਾਲ ਸਿੰਘ ਦਾ, ਕੰਵਰ ਸ਼ੇਰ ਸਿੰਘ ਦਾ, ਧਿਆਨ ਸਿੰਘ ਦਾ, ਮਹਾਰਾਣੀ ਸਦਾ ਕੌਰ ਦਾ। ਕੁਝ ਐਸੇ ਨੇ ਜਿਹੜੇ ਤੁਹਾਨੂੰ ਇਲਾਕਿਆਂ ਦੇ ਨਾਮ ਦੇ ਉੱਪਰ ਮਿਲਣਗੇ, ਜਿਸ ਤਰ੍ਹਾਂ ਮਲਵਈਆਂ ਦਾ ਬੁੰਗਾ। ਕੁਛ ਐਸੇ ਨੇ ਜਿਹੜੇ ਨਿਰਮਲਿਆਂ ਦੇ ਨਾਮ ਦੇ ਉੱਪਰ ਵੀ ਨੇ, ਜਿਵੇਂ ਸੰਤ ਸਿੰਘ ਨਿਰਮਲੇ ਦਾ ਬੁੰਗਾ। ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਬੁੰਗੇ ਜਿਹੜੇ ਨੇ ਤੁਹਾਨੂੰ ਉਹ ਕਿਸੇ ਨਾ ਕਿਸੇ ਨਾਮ ਦੇ ਉੱਪਰ ਮਿਲਦੇ ਸੀ। ਕਹਿ ਸਕਦੇ ਹੋ ਕਿ ਇਲਾਕੇ ਦੇ ਲੋਕਾਂ ਦੇ ਵਾਸਤੇ ਜਿਸ ਇਲਾਕੇ 'ਚੋਂ ਸੰਗਤ ਆਉਂਦੀ ਸੀ, ਉਸ ਇਲਾਕੇ ਦੇ ਸਰਦਾਰ ਨੇ ਆਪਣੇ ਇਲਾਕੇ ਦੀ ਸੰਗਤ ਦੇ ਵਾਸਤੇ ਇੱਕ ਰਿਹਾਇਸ਼ਗਾਹ ਤਿਆਰ ਕੀਤੀ ਹੁੰਦੀ ਸੀ। ਕਿਉਂਕਿ ਅੱਜ ਵਾਂਗੂ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਤੇ ਨਹੀਂ ਸੀ ਆਉਂਦੀਆਂ, ਪਰ ਜਿੰਨੀ ਕੁ ਸੰਗਤ ਆਉਂਦੀ ਸੀ ਘੋੜਸਵਾਰਾਂ ਦੇ ਰੂਪ ਦੇ ਵਿੱਚ ਜਾਂ ਪੈਦਲ ਚੱਲ ਕੇ, ਤੇ ਉਹਨਾਂ ਦੀ ਰਿਹਾਇਸ਼ ਦੇ ਵਾਸਤੇ ਜਿਹੜੇ ਸੀ ਇਹ ਬੁੰਗੇ ਤਿਆਰ ਕੀਤੇ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂਦਾ ਰਿਹਾ, ਔਰ ਸਭ ਤੋਂ ਪਹਿਲੀ ਘਟਨਾ ਤਾਂ ਇਹ ਵਾਪਰੀ ਕਿ ਸੰਨ 1862 ਦੇ ਵਿੱਚ ਜੌਨ ਗਾਰਡਨ ਦੇ ਵੱਲੋਂ ਤਿਆਰ ਕੀਤੇ ਨਕਸ਼ੇ ਦੇ ਅਨੁਸਾਰ 7 ਬੁੰਗੇ ਢਾਹ ਕੇ ਅੰਗਰੇਜ਼ਾਂ ਦੇ ਵੱਲੋਂ ਇੱਕ ਕਲੌਕ ਟਾਵਰ ਜਿਹੜਾ ਉਹ ਤਿਆਰ ਕੀਤਾ ਗਿਆ, ਜਿਸ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ। ਇਹ 1862 ਦੇ ਵਿੱਚ ਹੋਇਆ। ਸੋ ਇਹਦੇ ਵਾਸਤੇ ਜਿਹੜੇ 7 ਬੁੰਗੇ ਢਾਏ ਗਏ, ਉਹਨਾਂ ਵਿੱਚ 3 ਬੁੰਗੇ, ਇੱਕ ਤਾਂ ਸੰਤ ਸਿੰਘ ਨਿਰਮਲੇ ਦਾ ਬੁੰਗਾ, ਇੱਕ ਜਿਹੜਾ ਸੀਗਾ ਦਾਦੂਪੁਰੀਏ ਸਰਦਾਰਾਂ ਦਾ ਬੁੰਗਾ, ਤੇ ਉਹਦੇ ਨਾਲ ਇੱਕ ਸੀ ਲਾਡੇ ਵਾਲੇ ਸਰਦਾਰਾਂ ਦਾ ਬੁੰਗਾ। ਇਹ 3 ਬੁੰਗੇ ਤਾਂ ਹੋਰ ਸੀ। ਉਹਦੇ ਤੋਂ ਇਲਾਵਾ ਜਿਹੜੇ 4 ਬੁੰਗੇ ਢਾਏ ਗਏ, ਉਹ 4 ਹੀ ਬੁੰਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਸ਼ੇਰ ਸਿੰਘ ਦਾ ਬੁੰਗਾ, ਰਾਣੀ ਸਦਾ ਕੌਰ ਦਾ ਬੁੰਗਾ, ਸ਼ੁਕਰ ਚੱਕੀਆ ਮਿਸਲ ਦਾ ਬੁੰਗਾ, ਔਰ ਕੰਵਰ ਨੌ ਨਿਹਾਲ ਸਿੰਘ ਦਾ ਬੁੰਗਾ, ਜਿਸ ਨੂੰ ਸਰਕਾਰੇ ਖਾਲਸਾ ਦਾ ਬੁੰਗਾ ਵੀ ਕਿਹਾ ਜਾਂਦਾ ਸੀ। ਸੋ ਇਸ ਦੇ ਪਿੱਛੇ ਤੁਸੀਂ ਅੰਗਰੇਜ਼ਾਂ ਦੀ ਚਾਲ ਨੂੰ ਸਮਝੋ ਕਿ ਉਹਨਾਂ ਨੇ ਉਸ ਪਰਿਵਾਰ ਦੇ ਹੀ ਬੁੰਗੇ ਢਾਏ ਜਿਸ ਪਰਿਵਾਰ ਦੇ ਕੋਲ ਉਸ ਸਮੇਂ ਸਿੱਖ ਰਾਜ ਦੀ ਵਾਗਡੋਰ ਸੀ। ਕਹਿ ਸਕਦੇ ਹਾਂ ਕਿ ਉਹਨਾਂ ਨੇ ਦਰਬਾਰ ਸਾਹਿਬ ਪਰਿਸਰ ਦੀ ਹਦੂਦ ਦੇ ਵਿੱਚ ਉਹ ਕਲੌਕ ਟਾਵਰ ਨਹੀਂ ਸੀ ਬਣਾਇਆ, ਇੱਕ ਤਰ੍ਹਾਂ ਦੇ ਨਾਲ ਉਸ ਸਿੱਖ ਰਾਜੇ ਦੇ ਬੁੰਗਿਆਂ ਨੂੰ ਢਾਹ ਕੇ ਇੱਕ ਤਰ੍ਹਾਂ ਦੇ ਨਾਲ ਵਿਕਟਰੀ ਟਾਵਰ ਜਿਹੜਾ ਇੱਕ ਜਿੱਤ ਦਾ ਜਿਹੜਾ ਸਤੂਪ ਆ ਉਹ ਬਣਾਇਆ ਸੀ। ਕਿਉਂਕਿ 1862 ਦੇ ਵਿੱਚ ਜਦੋਂ ਜੌਨ ਗਾਰਡਨ ਨੇ ਇਹਦਾ ਨਕਸ਼ਾ ਤਿਆਰ ਕੀਤਾ
ਤੇ ਇਹ ਜਿਹੜੀਆਂ 7 ਬੁੰਗੇ ਜਿਹੜੇ ਸਭ ਤੋਂ ਪਹਿਲਾਂ ਢਾਏ ਗਏ, ਇਹ ਬੁੰਗੇ ਉਹੀ ਸਨ ਜਿਨ੍ਹਾਂ ਦੇ ਵਿੱਚੋਂ 4 ਦਾ ਰਣਜੀਤ ਸਿੰਘ ਦੇ ਪਰਿਵਾਰ ਦੇ ਨਾਲ ਸਿੱਧਾ ਸੰਬੰਧ ਸੀ। ਸੋ ਵਕਤ ਹੌਲੀ ਹੌਲੀ ਬੀਤਦਾ ਰਿਹਾ। ਸਿੱਖਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਵੀ ਬਹੁਤ ਸੀ, ਪਰ ਰਾਜ ਅੰਗਰੇਜ਼ਾਂ ਦਾ ਸੀ। ਹੁਣ ਅਸੀਂ ਆ ਜਾਂਦੇ ਹਾਂ ਤਕਰੀਬਨ 1920-21 ਦੇ ਵਿੱਚ, ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ ਤਾਂ ਉਦੋਂ ਤੱਕ ਬੇਸ਼ੱਕ ਇਹ ਜਿਹੜਾ ਕਲੌਕ ਟਾਵਰ, ਜਿਹੜੇ 7 ਬੁੰਗੇ ਪਹਿਲੇ ਸੀ, ਜਿੱਥੇ ਅੱਜ ਅਕਾਲ ਤਖਤ ਸਾਹਿਬ ਵਾਲੀ ਬਾਹੀ ਦੇ ਬਾਹਰ ਆਉਂਦਿਆਂ ਜੋੜਾ ਘਰ ਹੈ, ਉਸ ਨੁੱਕਰ ਤੋਂ ਲੈ ਕੇ ਤਕਰੀਬਨ ਕਹਿ ਸਕਦੇ ਹੋ ਕਿ ਘੰਟਾ ਘਰ ਤੱਕ ਇਹ ਸਾਰੇ ਇਲਾਕੇ ਦੇ ਵਿੱਚ ਜਿਹੜੇ 7 ਬੁੰਗੇ ਸੀ, ਇਹਨਾਂ ਨੂੰ ਢਾਹ ਦਿੱਤਾ ਗਿਆ। ਜੇਕਰ ਤੁਸੀਂ ਇਹ ਪੁਰਾਣਾ ਨਕਸ਼ਾ ਵੇਖਣਾ ਹੋਵੇ ਤਾਂ ਵੇਖ ਸਕਦੇ ਹੋ। ਸੋ ਉਸ ਤੋਂ ਬਾਅਦ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੁੰਦੀ ਹੈ, ਤੇ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਜਿਹੜੇ ਬੁੰਗੇ ਅੰਗਰੇਜ਼ਾਂ ਦੇ ਅਧੀਨ ਨੇ, ਭਾਵ ਕਿ ਜਿੱਥੇ ਉਹ ਦਾਖਲ ਹੋ ਚੁੱਕੇ ਨੇ, ਜਾਂ ਬਹੁਤ ਸਾਰੇ ਬੁੰਗਿਆਂ ਦੇ ਜਿਹੜੇ ਬੁੰਗਈ ਨੇ ਉਹ ਉਹਨਾਂ ਦੇ ਪ੍ਰਭਾਵ ਅਧੀਨ ਨੇ, ਉੱਥੇ ਕੁਛ ਸਿੱਖ ਵਿਰੋਧੀ ਤੇ ਅਨੈਤਿਕ ਕਰਮ ਹੁੰਦੇ ਨੇ। ਤਾਂ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿ ਇਹ ਸਾਰੇ ਜਿਹੜੇ ਬੁੰਗੇ ਨੇ, ਇਹਨਾਂ ਨੂੰ ਆਪਣੇ ਅਧੀਨ ਕਰ ਲਿਆ ਜਾਵੇ। ਸੋ ਕੁਝ ਤਾਂ ਐਸੇ ਬੁੰਗਈ ਸਰਦਾਰ ਸਨ ਜਿਨ੍ਹਾਂ ਨੇ ਆਪਣੇ ਆਪ ਹੀ ਉਹ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੂੰ ਸਹਿਮਤੀ ਦੇ ਨਾਲ ਦੇ ਦਿੱਤੇ। ਪਰ 1925 ਦੇ ਵਿੱਚ ਜਦੋਂ ਗੁਰਦੁਆਰਾ ਐਕਟ ਬਣਦਾ ਹੈ, ਤੇ ਉਦੋਂ ਕੁਝ ਇਲਾਕਿਆਂ ਦੇ ਲੋਕਾਂ ਨੇ ਤੇ ਕੁਝ ਬੁੰਗਿਆਂ ਦੇ ਜਿਹੜੇ ਸਰਬਰਾਹ ਸੀ, ਜਿਨ੍ਹਾਂ ਨੂੰ ਬੁੰਗਈ ਕਿਹਾ ਜਾਂਦਾ ਸੀ, ਜਿਹੜੇ ਬੁੰਗਿਆਂ ਦੇ ਮੁਖੀ ਸੀ, ਉਹਨਾਂ ਨੇ ਲਾਹੌਰ ਗੁਰਦੁਆਰਾ ਟ੍ਰਿਬਿਊਨਲ ਦੇ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਅਸੀਂ ਇਹ ਬੁੰਗੇ ਇਸ ਕਮੇਟੀ ਨੂੰ, ਜਾਂ ਜਿਹੜੇ ਅਕਾਲੀਆਂ ਦੀ ਇਹ ਨਵੀਂ ਕਮੇਟੀ ਹੋਣ ਦੇ ਵਿੱਚ ਆਈ ਹੈ, ਅਸੀਂ ਇਸ ਨੂੰ ਨਹੀਂ ਦੇਣੇ। ਸੋ ਇਹ ਕੁਛ ਚਿਰ ਇਹ ਕੇਸ ਚੱਲਦਾ ਰਿਹਾ। ਅੰਗਰੇਜ਼ ਚਾਹੁੰਦੇ ਸੀ ਕਿ ਇਹ ਜਿਹੜਾ ਫੈਸਲਾ ਵਾ, ਇਹ ਬੁੰਗਿਆਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਹੱਥ ਦੇ ਵਿੱਚ ਹੋਵੇ, ਕਿਉਂਕਿ ਬਹੁਤ ਸਾਰੇ ਲੈਕਚਰਾਂ ਦੇ ਵਿੱਚ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤਕਰੀਬਨ ਅੰਗਰੇਜ਼ ਇੱਕ ਗੱਲ ਸਮਝਦੇ ਸੀ ਕਿ ਸਿੱਖ ਸ਼ਰਾਈਨਸ ਆਰ ਸਟੇਟ ਵਿਦਨ ਸਟੇਟ, ਕਿ ਜਿੰਨਾ ਚਿਰ ਸਿੱਖਾਂ ਦੇ ਗੁਰਦੁਆਰੇ ਤੁਹਾਡੇ ਕਬਜ਼ੇ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਤੱਕ ਸਿੱਖਾਂ ਨੂੰ ਗੁਲਾਮ ਨਾ ਸਮਝਿਆ ਜਾਵੇ। ਸੋ ਉਹ ਚਾਹੁੰਦੇ ਸੀ ਕਿ ਬੁੰਗਿਆਂ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਸਾਡੀ ਦਖਲ ਅੰਦਾਜ਼ੀ ਰਵੇ। ਇਸ ਕਰਕੇ ਉਹ ਜਿਹੜੀ ਕੇਸ ਕਰਨ ਵਾਲੀ ਧਿਰ ਹੈ, ਉਹ ਉਹਨਾਂ ਦੀ ਮਦਦ ਦੇ ਵਿੱਚ ਸਨ। ਔਰ ਜਿਹੜੀ ਸਿੱਖ ਸਰਦਾਰਾਂ ਦੀ ਧਿਰ ਸੀ, ਜਿਹੜੀ ਕਹਿ ਸਕਦੇ ਹੋ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਜਿਹੜੇ ਸਿੱਖ ਆਗੂ ਸਨ, ਉਹ ਵੀ ਬਹੁਤ ਜ਼ਿਆਦਾ ਰੌਸ਼ਨ ਦਿਮਾਗ ਤੇ ਦੂਰ ਅੰਦੇਸ਼ ਸਨ। ਉਹ ਵੀ ਚਾਹੁੰਦੇ ਸਨ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜਾ ਫੈਸਲਾ ਹੈ ਅਦਾਲਤ ਤੋਂ ਬਾਹਰ ਕਰ ਲਿਆ ਜਾਵੇ, ਕਿਉਂਕਿ ਜੇਕਰ ਇਹ ਬੁੰਗਿਆਂ ਦੇ ਜਿਹੜੇ ਸਰਬਰਾਹ ਨੇ, ਜਿਨ੍ਹਾਂ ਨੂੰ ਬੁੰਗਈ ਕਿਹਾ ਜਾਂਦਾ ਸੀ, ਜੇਕਰ ਉਹਨਾਂ ਦੇ ਹੱਕ ਦੇ ਵਿੱਚ ਹੋ ਗਿਆ ਨਾ, ਫਿਰ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਮੱਸਿਆ ਜਿਹੜੀ ਉਹ ਖੜੀ ਹੋਵੇਗੀ। ਇਸ ਕਰਕੇ ਉਹਨਾਂ ਨੇ ਬਾਹਰੋਂ ਬਾਹਰ ਹੀ ਇਹ ਜਿਹੜੇ ਬੁੰਗਿਆਂ ਦੇ ਮਾਲਕ ਬੁੰਗਈ ਸਨ, ਜਾਂ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਬੁੰਗਿਆਂ ਦੇ ਉੱਪਰ ਕਾਬਜ ਸਨ, ਉਹਨਾਂ ਦੇ ਨਾਲ ਲਿਖਤੀ ਤੌਰ ਤੇ ਇੱਕ ਸਮਝੌਤਾ ਕੀਤਾ 1925 ਦੇ ਵਿੱਚ। ਉਸ ਸਮਝੌਤੇ ਦੇ ਵਿੱਚ ਇੱਕ ਗੱਲ ਲਿਖੀ ਗਈ ਕਿ ਇਹ ਬੁੰਗੇ ਜਿਹੜੇ ਨੇ ਸ੍ਰੀ ਦਰਬਾਰ ਸਾਹਿਬ ਦੇ ਵਕਫ, ਭਾਵ ਕਿ ਦਰਬਾਰ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਵਾਸਤੇ ਬਣਾਏ ਗਏ ਨੇ। ਇਸ ਕਰਕੇ ਇਹਨਾਂ ਬੁੰਗਿਆਂ ਨੂੰ ਨਾ ਕੋਈ ਗਹਿਣੇ ਪਾ ਸਕਦਾ ਹੈ ਤੇ ਨਾ ਕੋਈ ਵੇਚ ਸਕਦਾ ਹੈ। ਪਹਿਲੀ ਗੱਲ, ਇਹ 5 ਗੱਲਾਂ ਲਿਖੀਆਂ ਗਈਆਂ। ਪਹਿਲੀ ਗੱਲ ਤੇ ਕਿ ਇਹਨਾਂ ਬੁੰਗਿਆਂ ਨੂੰ ਨਾ ਕੋਈ ਵੇਚ ਸਕਦਾ ਹੈ ਤੇ ਨਾ ਕੋਈ ਗਹਿਣੇ ਕਰ ਸਕਦਾ। ਇਹ ਅੱਜ ਦੇ ਸਮੇਂ ਦੇ ਵਿੱਚ ਵੀ ਇਕੱਲੀ ਗੱਲ ਦੇ ਉੱਪਰ ਤੁਹਾਨੂੰ ਧਿਆਨ ਰੱਖਣ ਦੀ ਲੋੜ ਪਵੇਗੀ ਕਿ ਇਹ 1925 ਦੇ ਵਿੱਚ ਜਿਹੜਾ ਸ਼੍ਰੋਮਣੀ, ਜਿਹੜੀ ਕਹਿ ਸਕਦੇ ਹੋ ਕਿ ਸਿੱਖਾਂ ਦੀ ਕਮੇਟੀ, ਤੇ ਉਸ ਤੋਂ ਬਾਅਦ ਇਹ ਜਿਹੜੇ ਬੁੰਗਿਆਂ ਦੇ ਸਰਦਾਰ ਸਰਬਰਾਹ ਮਾਲਕ ਸਨ, ਉਹਨਾਂ ਦੇ ਵਿੱਚ ਜਿਹੜਾ ਲਿਖਤੀ ਸਮਝੌਤਾ ਹੋਇਆ। ਪਹਿਲੀ ਗੱਲ ਕਿ ਇਹ ਬੁੰਗੇ ਸ੍ਰੀ ਦਰਬਾਰ ਸਾਹਿਬ ਦੇ ਵਕਫ ਵਿੱਚ ਹਨ, ਭਾਵ ਕਿ ਦਰਬਾਰ ਸਾਹਿਬ ਦੀ ਆਉਣ ਵਾਲੀ ਸੰਗਤ ਦੇ ਵਾਸਤੇ ਬਣਾਏ ਗਏ ਨੇ, ਨਿੱਜੀ ਵਰਤੋਂ ਲਈ ਨਹੀਂ। ਇਸ ਕਰਕੇ ਨਾ ਕੋਈ ਇਹਨਾਂ ਨੂੰ ਵੇਚ ਸਕਦਾ, ਨਾ ਕੋਈ ਗਹਿਣੇ ਪਾ ਸਕਦਾ। ਦੂਸਰੀ ਗੱਲ, ਜੇ ਕੋਈ ਬੁੰਗਈ ਜਿਹੜਾ ਬੁੰਗੇ ਦੀ ਸੇਵਾ ਕਰਨ ਵਾਲਾ ਹੈ, ਕਿਸੇ ਵੀ ਤਰ੍ਹਾਂ ਦੀ ਪੰਥ ਵਿਰੋਧੀ, ਅਨੈਤਿਕ ਜਾਂ ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਦੇ ਵਿੱਚ ਸ਼ਾਮਲ ਹੁੰਦਾ ਪਾਇਆ ਜਾਂਦਾ ਹੈ, ਤੇ ਕਮੇਟੀ ਦੇ ਕੋਲ ਇਹ ਅਧਿਕਾਰ ਹੋਵੇਗਾ ਕਿ ਉਹਦੀ ਜਗ੍ਹਾ ਦੇ ਉੱਪਰ ਨਵਾਂ ਬੁੰਗਈ ਜਿਹੜਾ ਹੈ ਉਸ ਨੂੰ ਨਿਯੁਕਤ ਕੀਤਾ ਜਾਵੇ। ਉਸ ਤੋਂ ਬਾਅਦ 3 ਨੰਬਰ ਗੱਲ ਕਿ ਬੁੰਗੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼,
ਸਫਾਈ ਦਾ ਧਿਆਨ ਬੁੰਗਈ ਰੱਖੇਗਾ। ਇਹਦਾ ਮਤਲਬ ਕਿ ਜਿੰਨੇ ਵੀ ਉਸ ਵੇਲੇ ਬੁੰਗੇ ਸਨ, ਜਦੋਂ ਅਸੀਂ ਜਿੰਨਿਆਂ ਦੀ ਗੱਲ ਕਰਦੇ ਹਾਂ ਤੇ ਸਰਦਾਰ ਗਿਆਨੀ ਗਿਆਨ ਸਿੰਘ ਹੁਣਾਂ ਨੇ ਇਹਦੀ ਗਿਣਤੀ 69 ਦੇ ਕਰੀਬ ਦੱਸੀ ਹੈ। ਇੰਨੀ ਕੀ ਗਿਣਤੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਹੁਣਾਂ ਨੇ ਲਿਖੀ ਹੈ। ਔਰ 1930 ਔਰ 31 ਦੀ ਜਿਹੜੀ ਦਰਬਾਰ ਸਾਹਿਬ ਰਿਪੋਰਟ ਹੈ ਉਹਦੇ ਵਿੱਚ ਇਹਨਾਂ ਦੀ ਗਿਣਤੀ 71 ਦੱਸੀ ਗਈ ਸੀ। ਔਰ ਉਹਦੇ ਨਾਲ ਅੰਤਿਕਾ ਦੇ ਵਿੱਚ ਇਹ ਗੱਲ ਵੀ ਲਿਖੀ ਹੋਈ ਹੈ, ਗਿਆਨੀ ਕਿਰਪਾਲ ਸਿੰਘ ਹੁਣਾਂ ਨੇ ਇਸ ਦਾ ਬਹੁਤ ਵਧੀਆ ਖੁਲਾਸਾ ਕੀਤਾ ਹੋਇਆ। ਅੰਤਿਕਾ ਦੇ ਵਿੱਚ ਇਹ ਗੱਲ ਵੀ ਲਿਖੀ ਹੋਈ ਹੈ ਕਿ ਅਸਲ ਵਿੱਚ ਬੁੰਗਿਆਂ ਦੀ ਗਿਣਤੀ 84 ਸੀ ਤੇ ਕੁਝ ਬੁੰਗੇ ਵੱਡੇ ਸਰਦਾਰਾਂ ਨੇ ਛੋਟਾ ਬੁੰਗਾ ਜਿਸ ਤਰ੍ਹਾਂ ਖਰੀਦ ਲਿਆ ਤੇ ਕੁਝ ਖੰਡਰਾਤ ਦੇ ਰੂਪ 'ਚ ਚਲੇ ਗਏ ਤੇ ਕੁਝ ਜਿਹੜੇ ਸੀ 7 ਅੰਗਰੇਜ਼ਾਂ ਨੇ ਢਾਹ ਦਿੱਤੇ। ਵੀ ਉਸ ਦੇ ਕਰਦਿਆਂ ਗਿਣਤੀ ਜਿਹੜੀ ਆ 69 ਰਹਿ ਗਈ ਆ 84 ਦੇ ਵਿੱਚੋਂ। ਸੋ ਇਹ ਵੀ ਇੱਕ ਧਿਆਨ ਰੱਖਣ ਯੋਗ ਗੱਲ ਹੈ। ਹੁਣ ਅਗਲੀ ਗੱਲ ਆ ਜਾਂਦੀ ਹੈ ਦੂਜਾ ਨੰਬਰ ਮੱਧ ਕਿ ਬੁੰਗੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਔਰ ਸਫਾਈ ਦਾ ਧਿਆਨ ਬੁੰਗਈ ਸਿੰਘ ਰੱਖੇਗਾ। ਇਹਦਾ ਮਤਲਬ ਕਿ ਹਰ ਬੁੰਗੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਕਿਉਂਕਿ ਬੁੰਗੇ ਦੇ ਵਿੱਚ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਸੀ, ਗੁਰਮਤ ਵਿੱਦਿਆ ਦਿੱਤੀ ਜਾਂਦੀ ਸੀ, ਗੱਤਕਾ ਔਰ ਸ਼ਸਤਰ ਵਿੱਦਿਆ ਇਹਦੀ ਸਿਖਲਾਈ ਦਿੱਤੀ ਜਾਂਦੀ ਸੀ। ਔਰ ਕੁਛ ਜਿਹੜੇ ਹੈਗੇ ਸੀਗੇ ਬੁੰਗੇ ਉਹਨਾਂ ਵਿੱਚ ਬਕਾਇਦਾ ਮੱਲ ਅਖਾੜੇ ਵੀ ਸਾਜਦੇ ਸੀ। ਸੋ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਸਿੱਖਾਂ ਦੀਆਂ ਇਵੇਂ ਦੀਆਂ ਧਾਰਮਿਕ ਤੇ ਸਰੀਰਕ ਕਿਰਿਆਵਾਂ ਜਿਹੜੀਆਂ ਉਹ ਬੁੰਗਿਆਂ ਦੇ ਵਿੱਚ ਹੁੰਦੀਆਂ ਸੀ। ਪਰ ਰਹਿਣ ਵਾਲੀ ਸੰਗਤ ਦੇ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਅਗਲੀ ਇਹਦੇ ਤੋਂ ਜਿਹੜੀ ਮੱਦ ਹੈ ਉਹ ਬੜੀ ਅਹਿਮ ਸੀ ਕਿ ਬੁੰਗੇ ਦਾ ਮੁਖੀ ਬੁੰਗਈ ਜਿਹੜਾ ਹੈ ਉਹ ਅੰਮ੍ਰਿਤਧਾਰੀ ਸਿੱਖ ਹੋਵੇਗਾ, ਪਰ ਜਿਹੜੇ ਬੁੰਗਿਆਂ ਦੇ ਨਾਲ ਸੰਬੰਧਿਤ ਪਰਿਵਾਰ ਰਹਿ ਰਹੇ ਨੇ ਉਹ ਓਨਾ ਚਿਰ ਤੱਕ ਇੱਥੇ ਰਹਿਣ ਦੇ ਹੱਕਦਾਰ ਹੋਣਗੇ ਜਿੰਨਾ ਚਿਰ ਤੱਕ ਉਹ ਸਿੱਖ ਧਰਮ ਦੇ ਵਿੱਚ ਹੋਣਗੇ। ਭਾਵ ਕਿ ਜੇਕਰ ਬੁੰਗੇ ਦੇ ਵਿੱਚ ਰਿਹਾਇਸ਼ ਗਾਹ ਬਣਾ ਕੇ ਰਹਿ ਰਿਹਾ ਪਰਿਵਾਰ ਜਿਹੜਾ, ਜੇਕਰ ਉਹ ਗੁਰਮਤ ਵਿਚਾਰਧਾਰਾ ਤੋਂ ਦੂਰ ਚਲਾ ਜਾਂਦਾ, ਸਿੱਖੀ ਤੋਂ ਦੂਰ ਚਲਾ ਜਾਂਦਾ, ਤੇ ਉਹਦੇ ਕੋਲ ਬੁੰਗੇ ਦੀ ਜਿਹੜੀ ਮਲਕੀਅਤ ਆ ਉਹ ਨਹੀਂ ਰਵੇਗੀ। ਔਰ ਜਦੋਂ ਇਹ ਸਾਰਾ ਇਕਰਾਰਨਾਮਾ ਹੋ ਰਿਹਾ ਸੀ ਇਹਦੇ ਵਿੱਚ ਇੱਕ ਗੱਲ ਬੜੀ ਅਹਿਮ ਲਿਖੀ ਗਈ, ਕਿਉਂਕਿ ਜਦੋਂ ਤਸਵੀਰ ਤੁਸੀਂ ਵੇਖ ਵੀ ਸਕਦੇ ਹੋ, ਜਦੋਂ ਤੁਸੀਂ ਕੁਝ ਤਸਵੀਰਾਂ ਵੇਖੋਗੇ ਤੇ ਤੁਹਾਨੂੰ ਇੰਜ ਲੱਗੇਗਾ ਕਿ ਅਕਾਲ ਤਖਤ ਸਾਹਿਬ ਵਾਲੇ ਪਾਸੇ ਕਿਤੇ ਕੁੱਤਾ ਖੜਾ ਹੈ, ਕਿਤੇ ਕੋਈ ਗਊ ਅੰਦਰ ਖੜੀ ਹੈ। ਉਹਦਾ ਕਾਰਨ ਸੀ ਕਿ ਬਹੁਤ ਸਾਰੇ ਜਿਹੜੇ ਬੁੰਗਿਆਂ ਦੇ ਮਾਲਕ ਬੰਗਈ ਸੀ ਉਹਨਾਂ ਨੇ ਪ੍ਰਕਰਮਾਂ ਵੱਲ ਨੂੰ ਉਸਾਰੀਆਂ ਕਰ ਲਈਆਂ ਸੀ। ਇਸ ਕਰਕੇ ਇਸ ਇਕਰਾਰਨਾਮੇ ਦੇ ਵਿੱਚ ਇੱਕ ਗੱਲ ਅਹਿਮ ਲਿਖੀ ਗਈ ਕਿ ਕੋਈ ਵੀ ਬੁੰਗਈ ਜਿਹੜਾ ਉਹ ਪ੍ਰਕਰਮਾਂ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੀ ਕੋਈ ਉਸਾਰੀ ਨਹੀਂ ਕਰੇਗਾ। ਜੇ ਉਹ ਉਸਾਰੀ ਕਰੇਗਾ ਤਾਂ ਕਮੇਟੀ ਦੇ ਵੱਲੋਂ ਢਾਹ ਦਿੱਤੀ ਜਾਵੇਗੀ। ਸੋ ਇਹ 5 ਗੱਲਾਂ ਜਿਹੜੀਆਂ ਸੀਗੀਆਂ ਇਹ 1925 ਦੇ ਵਿੱਚ ਬੁੰਗੇ ਦੇ ਜਿਹੜੇ ਬੁੰਗਈ ਸਨ, ਜਿਹੜੇ ਕਹਿ ਸਕਦੇ ਹੋ ਕਿ ਸਰਬਰਾ ਸਨ, ਤੇ ਜਿਹੜੀ ਸਿੱਖਾਂ ਦੀ ਕਮੇਟੀ ਸੀ ਉਹਦੇ ਵਿਚਕਾਰ ਜਿਹੜਾ ਸੀ ਇਹ ਸਮਝੌਤਾ ਹੋਇਆ। ਸੋ ਇਹ ਜਿਹੜੇ ਕਹਿ ਸਕਦੇ ਹਾਂ ਕਿ ਇਹ ਜਿਹੜੇ ਬੁੰਗੇ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਗਏ। ਉਸ ਤੋਂ ਬਾਅਦ ਮਸਲਾ ਚੱਲਿਆ ਕਿ ਹੁਣ ਇਹ ਸਾਰੇ ਕਹਿ ਸਕਦੇ ਹੋ ਕਿ ਜਿਹੜਾ ਜੋ ਕੁਛ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਹੋ ਰਿਹਾ ਸੀ ਜਾਂ ਹੋ ਚੁੱਕਾ ਸੀ, ਉਸ ਨੂੰ ਜਿਹੜਾ ਸੀਗਾ ਉਹ ਸਿੱਖਾਂ ਨੇ ਉਹਨਾਂ ਕ੍ਰਿਤੀਆਂ ਨੂੰ ਦੂਰ ਕਰਨਾ ਸੀ। ਸੋ ਜਿਸ ਤਰ੍ਹਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚੋਂ ਮੂਰਤੀਆਂ ਜਿਹੜੀਆਂ ਸੀ ਉਹ ਚੁੱਕੀਆਂ ਗਈਆਂ। ਉਸ ਤੋਂ ਬਾਅਦ 1940 ਦੇ ਵਿੱਚ ਜਿਹੜੇ 7 ਸਿੱਖਾਂ ਦੇ ਬੁੰਗਿਆਂ ਨੂੰ ਢਾਹ ਕੇ ਇਹ ਜਿਹੜਾ ਕਲੌਕ ਟਾਵਰ ਜੌਨ ਗਾਰਡਨ ਦੇ ਨਕਸ਼ੇ ਬਣਾਏ ਉੱਪਰ ਖੜਾ ਕੀਤਾ ਗਿਆ ਸੀਗਾ, ਉਸ ਨੂੰ ਜਿਹੜਾ ਸੀ 1940 ਦੇ ਵਿੱਚ ਢਾਹ ਦਿੱਤਾ ਗਿਆ, ਜਿਸ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ। ਸੋ ਜਦੋਂ ਇਸ ਨੂੰ ਢਾਹ ਦਿੱਤਾ ਗਿਆ ਉਹਦੇ ਤੋਂ ਬਾਅਦ ਇਹ ਤਕਰੀਬਨ ਫਿਰ ਉਸ ਤੋਂ ਬਾਅਦ 38-39 ਦੇ ਵਿੱਚ ਹੀ ਸਿੱਖਾਂ ਨੇ ਇਸ ਗੱਲ ਦੀ ਜਿਹੜੀ ਸਿੱਖ ਲੀਡਰਸ਼ਿਪ ਨੇ ਆਪਸ ਵਿੱਚ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਵੱਧ ਆ ਰਹੀ ਹੈ, ਕੁਝ ਬੁੰਗੇ ਨੇ ਜਿਨ੍ਹਾਂ ਦੀ ਹਾਲਾਤ ਜਿਹੜੀ ਬੜੀ ਮਾੜੀ ਹੋ ਚੁੱਕੀ ਨੇ, ਉਹ ਖੰਡਰ ਬਣਦੇ ਜਾ ਰਹੇ ਨੇ ਤੇ ਪ੍ਰਕਰਮਾਂ ਨੂੰ ਖੁੱਲੀਆਂ ਕਰਨ ਦੀ ਲੋੜ ਹੈ ਤੇ ਦਰਬਾਰ ਸਾਹਿਬ ਨੂੰ ਕੁਝ ਹੋਰ ਪ੍ਰਵੇਸ਼ ਦੁਆਰ ਜਿਹੜੇ ਨੇ, ਦਰਵਾਜ਼ੇ ਜਿਹੜੇ ਨੇ ਉਹ ਬਣਾਉਣ ਦੀ ਲੋੜ ਹੈ। ਸੋ ਜਦੋਂ 1940 ਦੇ ਵਿੱਚ ਇਹ ਜਿਹੜਾ ਅੰਗਰੇਜ਼ਾਂ ਦੇ ਵੱਲੋਂ ਬਣਾਇਆ ਗਿਆ ਕਲੌਕ ਟਾਵਰ ਸੀ, ਜਦੋਂ ਉਸ ਨੂੰ ਢਾਹ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪ੍ਰਕਰਮਾਂ ਖੁੱਲੀਆਂ ਕਰਨ ਦੇ ਦੌਰਾਨ ਇਹ ਜਿਹੜੇ ਕੁਛ ਬੁੰਗੇ ਸੀ ਉਹਨਾਂ ਦੇ ਵਾਸਤੇ ਫੈਸਲਾ ਕੀਤਾ ਗਿਆ ਕਿ ਇਹਨਾਂ ਨੂੰ ਢਾਹ ਦਿੱਤਾ ਜਾਵੇਗਾ, ਪਰ ਢਾਹ ਕੇ ਨਵੇਂ ਬੁੰਗਿਆਂ ਦੀ ਤਾਮੀਰ ਕੀਤੀ ਜਾਵੇਗੀ ਕਿ ਕੀਰਤਨੀਆਂ ਦੇ ਵਾਸਤੇ, ਪਾਠੀਆਂ ਦੇ ਵਾਸਤੇ, ਗਿਆਨੀਆਂ ਦੇ ਵਾਸਤੇ ਜਿਹੜੀਆਂ ਨਵੀਆਂ ਰਿਹਾਇਸ਼ਗਾਹਾਂ ਨੇ ਉਹ ਤਿਆਰ ਕੀਤੀਆਂ ਜਾਣਗੀਆਂ। ਸੋ ਇਹ ਜਿਹੜੇ ਸਿੱਖਾਂ ਦੇ ਵੱਲੋਂ ਫੈਸਲਾ ਲਿਆ ਗਿਆ, ਬਕਾਇਦਾ ਉਹਨਾਂ ਸਮਿਆਂ ਦੇ ਜਿਹੜੇ ਸਿੱਖ ਇੰਜੀਨੀਅਰ ਸੀ ਉਹਨਾਂ ਦੀ ਵੀ ਸਲਾਹ ਲਈ ਗਈ
ਤੇ ਤਕਰੀਬਨ 1947 ਦੇ ਵਿੱਚ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਅਰਦਾਸ ਕਰਨ ਉਪਰੰਤ ਪਹਿਲੇ ਦਿਨ ਜਿਹੜੇ ਸੀਗੇ ਉਹ 5 ਬੁੰਗੇ ਢਾਏ ਗਏ। ਇੱਕ ਤਾਂ ਇੱਧਰ ਅਕਾਲ ਤਖਤ ਸਾਹਿਬ ਵਾਲੇ ਪਾਸੇ ਘੜਿਆਲਾ ਵਾਲਾ ਬੁੰਗਾ ਤੇ ਝੰਡਾ ਬੁੰਗਾ, ਜਿਹੜਾ ਤੁਸੀਂ ਅੱਜ ਪ੍ਰਵੇਸ਼ ਦੁਆਰ ਵੇਖਦੇ ਹੋ, ਉਹਨੂੰ ਬਣਾਉਣ ਵਾਸਤੇ ਜਿਹੜਾ 2 ਨਿਸ਼ਾਨ ਸਾਹਿਬਾਂ ਦੇ ਵਿਚਕਾਰ ਹੈ। ਇੱਕ ਬਿਲਕੁਲ ਇਹਦੇ ਸਾਹਮਣੇ ਜਿਹੜੀਆਂ ਪੌੜੀਆਂ ਲਾਲ ਇਮਾਰਤ ਦੇ ਲਾਗੋਂ ਉਤਰਦੀਆਂ ਨੇ, ਉਹਨਾਂ ਨੂੰ ਉੱਥੋਂ ਰਸਤਾ ਦੇਣ ਦੇ ਵਾਸਤੇ ਮਾਨਾ ਵਾਲਿਆਂ ਦਾ ਬੁੰਗਾ ਔਰ ਨਿਰਮਲਿਆਂ ਦਾ ਬੁੰਗਾ ਉਹ ਢਾਏ ਗਏ। ਤੇ ਤੀਜੀ ਜਿਹੜੀ ਹੁਣ ਜਿਸ ਨੂੰ ਅਸੀਂ ਘੰਟਾ ਘਰ ਕਹਿੰਦੇ ਆ, ਉਹਦੇ ਲਾਗੇ ਮਲਵਈਆਂ ਦਾ ਬੁੰਗਾ ਸੀ, ਉਸ ਨੂੰ ਢਾਇਆ। ਇਹ ਜਿਹੜੇ 5 ਬੁੰਗੇ ਸੀ ਉਹ ਢਾ ਦਿੱਤੇ ਗਏ ਤੇ ਪਰਿਕਰਮਾ ਜਿਹੜੀਆਂ ਸੀ ਉਹ ਖੁੱਲੀਆਂ ਕਰ ਦਿੱਤੀਆਂ ਗਈਆਂ। ਸੋ ਜਦੋਂ ਹੁਣ ਅਸੀਂ ਅੱਜ ਦੇ ਸਮੇਂ ਦੇ ਵਿੱਚ ਉਹ ਗੱਲ ਕਰਦੇ ਹਾਂ, ਕਿਉਂਕਿ ਜਿਹੜੇ ਬੁੰਗੇ ਉਸ ਪਰਿਸਰ ਤੋਂ ਬਾਹਰ ਰਹਿ ਗਏ ਸੀ, ਉਹ 1984 ਦੇ ਘੱਲੂਘਾਰੇ ਤੋਂ ਬਾਅਦ ਸਰਕਾਰ ਦੇ ਵੱਲੋਂ ਜਦੋਂ ਗਲਿਆਰਾ ਬਣਾਇਆ ਗਿਆ, ਜਿਹੜਾ ਇਹ ਕਹਿ ਕੇ ਬਣਾਇਆ ਗਿਆ ਸੀਗਾ ਕਿ ਇੱਕ ਤਾਂ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਸੁੰਦਰ ਕੀਤਾ ਜਾਵੇਗਾ, ਪਰ ਇਹਦੇ ਪਿੱਛੇ ਪਾਸੇ ਜਿਹੜੀ ਉਹ ਮਨਸ਼ਾ ਹੋਰ ਸੀ ਕਿ ਕਦੇ ਵੀ ਦਰਬਾਰ ਸਾਹਿਬ ਦੇ ਵਿੱਚੋਂ ਉੱਠਣ ਵਾਲੇ ਕਿਸੇ ਸੰਘਰਸ਼ ਨੂੰ ਕੁਚਲਣਾ ਹੋਵੇ ਤਾਂ ਜਿਹੜੀ ਫੌਜ ਹੈ ਜਾਂ ਜਿਹੜੀਆਂ ਨੀਮ ਫੌਜੀ ਦਸਤੇ ਨੇ ਉਹ ਸਿੱਧੇ ਉੱਥੇ ਪਹੁੰਚ ਸਕਣ। ਸੋ ਉਸ ਇਲਾਕੇ ਨੂੰ ਖੁੱਲ੍ਹਾ ਕਰਨ ਦੇ ਵਾਸਤੇ ਇਹ ਜਿਹੜੇ ਪੁਰਾਤਨ, ਜਿਹੜੇ ਕਹਿ ਸਕਦੇ ਹੋ ਕਿ ਜਿਹੜੇ ਬਾਹਰ ਰਹਿ ਚੁੱਕੇ ਸੀ ਉਸ ਪਰਿਸਰ ਤੋਂ, ਉਹ ਜਿਹੜੇ ਬੁੰਗੇ ਸੀਗੇ ਉਹ ਵੀ ਤਕਰੀਬਨ ਜਿਹੜੇ ਸੀ ਉਹ ਢਾਹ ਦਿੱਤੇ ਗਏ। ਹੁਣ ਜਦੋਂ ਉਹ ਬੁੰਗੇ ਕੁਛ ਉੱਪਰੋਂ ਢਾਹ ਦਿੱਤੇ ਗਏ, ਕੁਛ ਥੱਲੇ ਦਫਨ ਕਰ ਦਿੱਤੇ ਗਏ, ਤੇ ਹੁਣ ਉਸ ਜਗ੍ਹਾ ਦੇ ਉੱਪਰੋਂ ਜਿੱਥੇ ਉਸਾਰੀ ਕੀਤੀ ਜਾਣੀ ਸੀ, ਤਾਂ ਜਦੋਂ ਉਸ ਨੂੰ ਕਾਰ ਸੇਵਾ ਵਾਲੇ ਬਾਬਿਆਂ ਦੇ ਵੱਲੋਂ ਪੁੱਟਿਆ ਗਿਆ ਤਾਂ ਥੱਲਿਓਂ ਜਿਹੜੀਆਂ ਕੁਛ ਇਮਾਰਤਾਂ ਨਿਕਲੀਆਂ। ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਨਿਕਲੀਆਂ ਹੋਈਆਂ ਇਮਾਰਤਾਂ ਦੀ। ਜਿਹੜੀ ਇਮਾਰਤਾਂ ਦੀ ਇਹ ਲੜੀ ਹੈ, ਜਾਂ ਜਿਸ ਲੜੀ ਦੇ ਵਿੱਚ ਇਹ ਇਮਾਰਤਾਂ ਨੇ ਜਿੱਥੇ ਦੁਬਾਰਾ ਪਟਾਈ ਹੋ ਰਹੀ ਹੈ, ਤਾਂ ਇਸ ਪਾਸੇ ਜਿਹੜਾ ਸੀਗਾ ਉਹ ਆਮ ਤੁਸੀਂ ਗੱਲ ਸੁਣ ਰਹੇ ਹੋ, ਇੱਕ ਤਾਂ ਜੀ ਗਿਆਨੀਆਂ ਦਾ ਬੁੰਗਾ, ਇਸ ਨੂੰ ਗੁਰਦਾਸਕਿਆਂ ਦਾ ਬੁੰਗਾ ਵੀ ਕਿਹਾ ਜਾਂਦਾ ਸੀ। ਇਹ ਉਹ ਬੁੰਗਾ ਸੀ ਜਿੱਥੇ ਦਰਬਾਰ ਸਾਹਿਬ ਦੇ ਸਵੇਰੇ ਆਉਣ ਵਾਲੇ ਹੁਕਮਨਾਮੇ ਦੀ ਕਥਾ ਕਰਨ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਦੇਣ ਵਾਲੇ ਜਿਹੜੇ ਗਿਆਨੀ ਸੀ, ਉਹਨਾਂ ਦੀ ਸੰਪਰਦਾ ਰਿਹਾ ਕਰਦੀ ਸੀ। ਔਰ ਇਹਦੀ ਜੇਕਰ ਤੁਸੀਂ ਇਹਦੇ ਪਿਛੋਕੜ ਨੂੰ ਜਾਣਨਾ ਹੋਵੇ ਤਾਂ ਜਦੋਂ ਅਸੀਂ ਇਸ ਦੀ ਲੜੀ ਨੂੰ ਵੇਖਦੇ ਹਾਂ ਤਾਂ ਜਿਹੜੀ ਸਿੱਖ ਇਤਿਹਾਸਕ ਪਰੰਪਰਾ ਹੈ ਉਹਦੇ ਵਿੱਚ ਇਸ ਨੂੰ ਬਾਬਾ ਬੁੱਢਾ ਜੀ ਤੋਂ ਆਰੰਭ ਕੀਤਾ ਜਾਂਦਾ, ਜਿਨ੍ਹਾਂ ਨੂੰ ਦਰਬਾਰ ਸਾਹਿਬ ਦੀ ਸਭ ਤੋਂ ਪਹਿਲਾਂ ਸੇਵਾ ਮਿਲੀ। ਬਾਬਾ ਬੁੱਢਾ ਜੀ ਤੋਂ ਬਾਅਦ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਤੋਂ ਬਾਅਦ ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਤੋਂ ਬਾਅਦ ਬਾਬਾ ਸੂਰਤ ਸਿੰਘ ਜੀ, ਉਹਨਾਂ ਤੋਂ ਬਾਅਦ ਬਾਬਾ ਗੁਰਦਾਸ ਸਿੰਘ ਜੀ, ਉਹਨਾਂ ਤੋਂ ਬਾਅਦ ਬਾਬਾ ਸੰਤ ਸਿੰਘ ਜੀ, ਉਹਨਾਂ ਤੋਂ ਬਾਅਦ ਭਾਈ ਗੁਰਮੁਖ ਸਿੰਘ ਜੀ, ਗੁਰਮੁਖ ਸਿੰਘ ਹੁਣਾਂ ਤੋਂ ਬਾਅਦ ਸ਼ਾਇਦ ਪ੍ਰਦੁਮਨ ਸਿੰਘ ਜੀ, ਤੇ ਪ੍ਰਦੁਮਨ ਸਿੰਘ ਹੁਣਾਂ ਤੋਂ ਬਾਅਦ ਉਹਨਾਂ ਦਾ ਬੇਟਾ ਗੁਰਬਖਸ਼ ਸਿੰਘ, ਤੇ ਫਿਰ ਉਹਨਾਂ ਦੇ ਬੇਟੇ ਹਰਿੰਦਰ ਸਿੰਘ ਰੂਪ ਸੀ, ਜਿਨ੍ਹਾਂ ਦੀ ਕਿਤਾਬ ਕਾਫੀ ਮਸ਼ਹੂਰ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀ ਸੀ, ਸਿੱਖ ਔਰ ਸਿੱਖੀ। ਪਰ ਇਹਨਾਂ ਦਾ ਜਿਹੜਾ ਗਿਆਨੀਆਂ ਵਾਲਾ ਬੁੰਗਾ ਹੈ, ਜੇਕਰ ਤੁਸੀਂ ਪੁਰਾਤਨ ਨਕਸ਼ਾ ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ, ਜੇਕਰ ਤੁਸੀਂ ਪੁਰਾਤਨ ਨਕਸ਼ਾ ਵੇਖੋਗੇ ਤੇ ਇਹਦੇ ਤੋਂ ਪਹਿਲਾਂ ਵੀ ਇੱਕ ਬੁੰਗਾ ਆਉਂਦਾ ਹੈ ਜਿਸ ਨੂੰ ਮੀਹਾਂ ਸਿੰਘ ਕੁੰਮੇਦਾਨ ਦਾ ਜਿਹੜਾ ਸੀ ਬੁੰਗਾ ਕਿਹਾ ਜਾਂਦਾ ਸੀ। ਹੁਣ ਇਹ ਇਸ ਬੁੰਗੇ ਤੋਂ ਵੀ ਵੱਡਾ ਸੀ, ਗਿਆਨੀਆਂ ਵਾਲੇ ਬੁੰਗੇ ਤੋਂ ਵੀ ਵੱਡਾ ਸੀ ਮੀਹਾਂ ਸਿੰਘ ਕੁੰਮੇਦਾਨ ਦਾ ਬੁੰਗਾ, ਜਿਹੜਾ 4 ਮੰਜ਼ਲਾ ਸੀ। ਕੁਝ ਸਰੋਤਾਂ ਦੇ ਮੁਤਾਬਕ 3 ਮੰਜ਼ਲਾ ਉੱਪਰ ਸੀ, 1 ਮੰਜ਼ਲ ਜ਼ਮੀਨ ਦੋਜ ਸੀ। ਗਿਆਨੀਆਂ ਵਾਲਾ ਬੁੰਗਾ ਜਿਹੜੀਆਂ ਉਹਦੀ 1 ਮੰਜ਼ਲ ਜ਼ਮੀਨ ਦੋਜ ਸੀ, ਭਾਵ ਕਿ ਥੱਲੇ ਸੀ ਜ਼ਮੀਨ ਦੇ, ਤੇ 2 ਮੰਜ਼ਲਾਂ ਉੱਪਰ ਸੀ। ਜਿਹੜੀਆਂ ਹੇਠਲਾ ਜ਼ਮੀਨ ਦੋਜ, ਜਿਹੜੀਆਂ ਜ਼ਮੀਨ ਦੇ ਵਿੱਚ ਬਣੀਆਂ ਭੋਰਾ ਟਾਈਪ ਜਿਹੜੇ ਕਮਰੇ ਸੀ, ਉਹਨਾਂ ਨੂੰ ਸਰਦਖਾਨੇ ਕਿਹਾ ਜਾਂਦਾ ਸੀ। ਸੋ ਇਸ ਲੜੀ ਦੇ ਵਿੱਚ ਪਹਿਲਾ ਜਿਹੜਾ ਮੀਹਾਂ ਸਿੰਘ ਕੁੰਮੇਦਾਨ ਦਾ ਬੁੰਗਾ ਆਉਂਦਾ ਹੈ, ਉਸ ਤੋਂ ਬਾਅਦ ਗਿਆਨੀਆਂ ਦਾ ਬੁੰਗਾ ਆਉਂਦਾ ਹੈ, ਉਸ ਤੋਂ ਬਾਅਦ ਅਬੇ ਸਿੰਘ ਹੁਕਮਨਾਮੇ ਵਾਲਿਆਂ ਦਾ ਬੁੰਗਾ ਆਉਂਦਾ ਹੈ, ਉਸ ਤੋਂ ਬਾਅਦ ਨਕਈ ਵਾਲੇ ਸਰਦਾਰਾਂ ਦਾ ਬੁੰਗਾ ਆਉਂਦਾ ਹੈ, ਫਿਰ ਬਰਕੀ ਵਾਲੇ ਸਰਦਾਰਾਂ ਦਾ ਬੁੰਗਾ ਆਉਂਦਾ ਹੈ, ਫਿਰ ਥੱਲੇ ਨੂੰ ਮੋੜ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਪੌੜੀਆਂ ਉਤਰਦੇ ਹਾਂ। ਫਿਰ ਉਸ ਦੇ ਨਾਲ ਸੀਗਾ ਝੰਡਾ ਬੁੰਗਾ, ਫਿਰ ਅੱਗੇ ਜਿਹੜੇ ਬਾਕੀ ਬੁੰਗਿਆਂ ਦੀ ਲੜੀ ਇਸ ਪਾਸੇ ਨੂੰ ਤੁਰ ਪੈਂਦੀ ਸੀ। ਹੁਣ ਇਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਸਰਦਾਰ ਮੀਹਾਂ ਸਿੰਘ, ਜਿੰਨਾ ਕਿ ਮੈਂ ਇਤਿਹਾਸ ਦੇ ਖਰੜਿਆਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਸਰਦਾਰ ਮੀਹਾਂ ਸਿੰਘ ਬਤੌਰ ਸਿਪਾਹੀ ਰਣਜੀਤ ਸਿੰਘ ਦੇ ਕੋਲ ਆਏ ਸੀ, ਔਰ ਆਪਣੀ ਕਾਬਲੀਅਤ ਦੇ ਬਲ ਦੇ ਉੱਪਰ ਉਹਨਾਂ ਨੇ ਬਹੁਤ ਥਾਵਾਂ ਦੇ ਉੱਪਰ ਕਹਿ ਸਕਦੇ ਹੋ ਕਿ ਮੈਦਾਨੇ ਜੰਗ ਦੇ ਵਿੱਚ ਵੱਡੇ ਜੌਹਰ ਵਿਖਾਏ। ਇੱਥੋਂ ਤੱਕ ਕਿ ਜਦੋਂ ਜੰਮੂ ਕਸ਼ਮੀਰ ਨੂੰ ਫਤਿਹ ਕੀਤਾ ਤਾਂ ਉਸ ਵੇਲੇ ਉਹਨਾਂ ਨੇ ਉੜੀ ਦੇ ਮੈਦਾਨ ਦੇ ਵਿੱਚ ਉੱਥੋਂ ਦਾ ਮਸ਼ਹੂਰ ਇੱਕ ਹਾਕਮ ਸੀ ਜ਼ਬਰਦਸਤ ਖਾਨ, ਜਿਸ ਨੂੰ ਹਰਾਇਆ ਸੀ। ਔਰ ਜਿਸ ਵੇਲੇ ਤਕਰੀਬਨ 1832 ਦੇ ਵਿੱਚ, ਵੈਸੇ ਕਸ਼ਮੀਰ ਦੇ ਉੱਪਰ ਕਬਜ਼ਾ ਮਹਾਰਾਜਾ ਰਣਜੀਤ ਸਿੰਘ ਨੇ 1819 ਦੇ ਵਿੱਚ ਕਰ ਲਿਆ ਸੀ, ਤੇ 1832 ਦੇ ਵਿੱਚ ਜਦੋਂ
ਜੰਮੂ ਕਸ਼ਮੀਰ ਦੇ ਵਿੱਚ, ਖਾਸ ਕਰਕੇ ਕਸ਼ਮੀਰ ਦੇ ਇਲਾਕੇ ਦੇ ਵਿੱਚ ਜਦੋਂ ਕਾਲ ਪੈ ਗਿਆ ਸੀ ਤਾਂ ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਦੇ ਕੋਲੋਂ ਵਧੀਆ ਪ੍ਰਬੰਧ ਨਾ ਕੀਤਾ ਗਿਆ ਤੇ ਉੱਥੋਂ ਦਾ ਕਹਿ ਸਕਦੇ ਹੋ ਕਿ ਜਿਹੜਾ ਮੁਖੀ ਹੈ ਉਹ ਕਰਨਲ ਮੀਹਾਂ ਸਿੰਘ ਨੂੰ ਜਿਹੜਾ ਸੀਗਾ ਉਹ ਲਗਾਇਆ ਗਿਆ ਸੀਗਾ। ਔਰ ਮੀਹਾਂ ਸਿੰਘ ਜਿਹੜੇ ਨੇ ਉਹਨਾਂ ਦੇ ਬਾਰੇ ਇਸਲਾਮੀ ਇਤਿਹਾਸਕਾਰ ਵੀ ਲਿਖਦੇ ਨੇ ਕਿ ਬਹੁਤ ਹੀ ਵਧੀਆ ਇਨਸਾਨ ਸੀ ਤੇ ਉਹ ਕਮਾਂਡਰ ਜਿਹੜਾ ਉਹਦਾ ਪੰਜਾਬੀ ਸ਼ਬਦ ਜਿਹੜਾ ਅਸੀਂ ਕੁੰਮੇਦਾਨ ਵਰਤਦੇ ਹਾਂ। ਸੋ ਉਹ ਸਰਦਾਰ ਮੀਹਾਂ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਜਦੋਂ 1839 ਦੇ ਵਿੱਚ ਹੁੰਦੀ ਹੈ, ਉਹਦੇ ਤੋਂ ਬਾਅਦ ਧਿਆਨ ਸਿੰਘ ਡੋਗਰੇ ਵੱਲੋਂ ਕਸ਼ਮੀਰ ਦੀ ਉਸ ਫੌਜ ਦੇ ਵਿੱਚ ਤਰਲੋਕ ਸਿੰਘ ਜਮਾਦਾਰ ਸੀ ਜਿਸ ਨੂੰ ਬਹੁਤ ਭੜਕਾਇਆ ਜਾਂਦਾ ਹੈ ਤੇ ਭੜਕਾਹਟ ਦੇ ਵਿੱਚ ਆ ਕੇ ਉਹ ਸੁੱਤੇ ਪਏ ਸਰਦਾਰ ਮੀਹਾਂ ਸਿੰਘ ਕੁੰਮੇਦਾਨ ਨੂੰ ਖੰਜਰ ਮਾਰ ਕੇ ਕਤਲ ਕਰ ਦਿੰਦਾ। ਸਰਦਾਰ ਮੀਹਾਂ ਸਿੰਘ ਦੀ ਉੱਥੇ ਮੌਤ ਹੋ ਜਾਂਦੀ ਹੈ। ਸੋ ਉਹ ਸਰਦਾਰ ਮੀਹਾਂ ਸਿੰਘ ਸੀ ਜਿਨ੍ਹਾਂ ਦਾ ਜਿਸ ਨਾਮ ਦੇ ਉੱਪਰ ਇਹ ਵਾਲਾ ਬੁੰਗਾ ਹੈ। ਵੈਸੇ ਮੈਨੂੰ ਇਤਿਹਾਸ ਚੋਂ ਸਰਦਾਰ ਮੀਹਾਂ ਸਿੰਘ ਕੁੰਮੇਦਾਨ ਉਹੀ ਮਿਲੇ ਨੇ। ਜੇ ਕਿਸੇ ਸਰੋਤ ਦੇ ਵਿੱਚ ਕਿਸੇ ਹੋਰ ਵੀਰ ਦੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਇਹਦੇ ਵਿੱਚ ਐਡੀਸ਼ਨ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਇਹਦੇ ਨਾਲ ਇੱਕ ਗੱਲ ਹੋਰ ਚੱਲ ਰਹੀ ਹੈ ਕਿ ਚੀਚੀ ਵਾਲੇ ਸਰਦਾਰਾਂ ਦਾ ਬੁੰਗਾ, ਦਰਅਸਲ ਉਹ ਇਸ ਜਗ੍ਹਾ ਤੇ ਨਹੀਂ ਹੈ, ਇਹਦੇ ਬਿਲਕੁਲ ਸਾਹਮਣੇ ਸੀ ਔਰ ਉਹ ਚੀਚੀ ਵਾਲੇ ਨਹੀਂ ਬਲਕਿ ਚੀਚੇਵਾਲ ਸਰਦਾਰ ਨੇ। ਜੇਕਰ ਇਹਨਾਂ ਦੇ ਇਤਿਹਾਸਕ ਪਿਛੋਕੜ ਨੂੰ ਵੇਖਣਾ ਹੋਵੇ ਤਾਂ ਲੈਪਲ ਗ੍ਰਿਫਨ ਤੇ ਜਿਹੜੀ ਫ੍ਰਾਂਸਿਸ ਮੈਸੀ ਦੀ ਕਿਤਾਬ ਹੈ ਜਿਹਦੇ ਵਿੱਚ ਸਰਦਾਰ ਤੇ ਜਿਹੜੇ ਪੰਜਾਬ ਦੇ ਵੱਡੇ ਘਰਾਣੇ ਨੇ ਉਹਨਾਂ ਦਾ ਜ਼ਿਕਰ ਹੈ, ਤਾਂ ਉਹਦੇ ਵਿੱਚ ਜਦੋਂ ਤੁਸੀਂ ਚੀਚੇ ਵਾਲੇ ਸਰਦਾਰਾਂ ਦਾ ਜ਼ਿਕਰ ਪੜ੍ਹੋਗੇ ਤਾਂ ਇਹ ਤਕਰੀਬਨ ਇੱਕ ਨੰਬਰਦਾਰ ਹੋਇਆ ਚੀਚੇ ਪਿੰਡ ਦਾ ਲਾਧੂ, ਤੇ ਲਾਧੂ ਨੰਬਰਦਾਰ ਦਾ ਅੱਗੋਂ ਬੇਟਾ ਸੀ ਸੇਵਾ ਸਿੰਘ ਜਿਹੜਾ 1720 ਦੇ ਵਿੱਚ ਜਿਹੜਾ ਸਿੱਖ ਬਣਿਆ ਹੈ ਤੇ 1720 ਉਹ ਸਮਾਂ ਜਦੋਂ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਸੀ। ਤੇ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਵੀ ਸਿੱਖ ਲੱਭੇ ਉਹਨਾਂ ਦੇ ਬਾਰੇ ਜਿਹੜਾ ਹੁਕਮਨਾਰੀ ਜਾਰੀ ਹੋ ਚੁੱਕਾ ਸੀ ਕਿ ਨਾਨਕ ਪ੍ਰਸਤਾਵਾ ਬੇਅੰਤ ਬਾ ਕਤਲ ਰਸਾਨੰਦ, ਵੀ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਿਲਦਾ ਹੈ ਇਸ ਨੂੰ ਕਤਲ ਕਰ ਦਿੱਤਾ ਜਾਵੇ। ਸੋ ਜਿਹੜਾ ਸੇਵਾ ਸਿੰਘ ਸੀ ਉਹ ਘਰੋਂ ਭੱਜ ਗਿਆ। ਉਸ ਤੋਂ ਬਾਅਦ ਉਹਦਾ ਭਰਾ ਨੌਧ ਸਿੰਘ ਵੀ ਘਰੋਂ ਭੱਜ ਗਿਆ। ਮਿਸਲਾਂ ਦੇ ਪੀਰੀਅਡ ਦੇ ਵਿੱਚ ਜਿਹੜਾ ਸਰਦਾਰ ਨੌਧ ਸਿੰਘ ਹੈ ਇਹ ਗੁੱਜਰ ਸਿੰਘ ਭੰਗੀ ਦੇ ਕੋਲ ਆ ਗਿਆ ਤੇ ਇਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਕਹਿ ਸਕਦੇ ਹੋ ਸਿੱਖ ਤੇ ਸਰਦਾਰ ਘਰਾਣਾ ਬਣ ਗਿਆ। ਇਹਨਾਂ ਨੂੰ ਚੀਚੇ ਵਾਲੇ ਸਰਦਾਰਾਂ ਦਾ ਜਿਹੜਾ ਸੀ ਉਹ ਬੁੰਗਾ ਕਿਹਾ ਜਾਂਦਾ ਸੀ। ਉਹ ਲਿਖਤ ਦੇ ਵਿੱਚ ਚੀਚੀ ਵਾਲੇ ਸਰਦਾਰਾਂ ਦਾ ਬੁੰਗਾ ਬਹੁਤ ਬੋਲਿਆ ਜਾ ਰਿਹਾ। ਸੋ ਇਸ ਕਰਕੇ ਇਹ ਜਿਹੜੇ ਬੁੰਗੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਪਹਿਲਾ ਬੁੰਗਾ ਜਿਹੜਾ ਉਹ ਸਰਦਾਰ ਮੀਹਾਂ ਸਿੰਘ ਕੁੰਮੇਦਾਨ ਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਕਿੰਨੀ ਕੁ ਪੁਰਾਣੀ ਇਮਾਰਤ ਹੋ ਸਕਦੀ ਹੈ। ਉਹ ਤਕਰੀਬਨ ਜੇਕਰ ਅਸੀਂ ਵੇਖੀਏ ਤਾਂ ਤਕਰੀਬਨ 24 ਸਾਲ ਦੇ ਵਿੱਚ ਜਿਹੜੇ ਨੇ ਤਮੀਰ ਹੋਏ ਨੇ 1847 ਤੋਂ ਲੈ ਕੇ 1870 ਤੱਕ। ਕਿ ਜਿਹੜਾ ਮੀਹਾਂ ਸਿੰਘ ਕੁੰਮੇਦਾਨ ਵਾਲਾ ਜਿਹੜਾ ਬੁੰਗਾ ਹੈ ਉਸ ਦੀ ਤਮੀਰ ਦਾ ਸਾਲ ਜਿਹੜਾ ਉਹ 1870 ਹੈ ਤੇ ਜਿਹੜਾ ਗਿਆਨੀਆਂ ਵਾਲਾ ਬੁੰਗਾ ਹੈ ਇਸ ਦੀ ਜਿਹੜਾ ਤਮੀਰ ਦਾ ਸਾਲ ਹੈ ਉਹ 1861 ਹੈ। ਹੁਣ 1860 70 1861 ਉਸ ਤੋਂ ਬਾਅਦ ਵਾਲਾ 1858 ਦੇ ਵਿੱਚ, ਉਸ ਤੋਂ ਪਹਿਲਾਂ ਵਾਲਾ 1847 ਦੇ ਵਿੱਚ। ਸੋ ਇਹ ਜਿਹੜੇ ਬੁੰਗੇ ਨੇ ਤਕਰੀਬਨ 1847 ਤੋਂ ਲੈ ਕੇ ਤੇ 1870 ਦੇ ਵਿੱਚ 24 ਸਾਲ ਦੇ ਵਿੱਚ ਤਮੀਰ ਹੋਏ ਨੇ। ਤੇ ਇਸ ਤੋਂ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਪੁਰਾਤਨਤਾ ਜਿਹੜੀ ਹੈ ਉਹ ਕਿੰਨੀ ਕੁ ਹੈ। ਤਕਰੀਬਨ 160-61 ਸਾਲ ਤੋਂ ਲੈ ਕੇ ਤੇ 175 ਸਾਲ ਤੱਕ ਜਾਂ 180 ਸਾਲ ਤੱਕ ਜਿਹੜੇ ਪੁਰਾਣੇ ਇਹ ਬੁੰਗੇ ਜਿਹੜੇ ਨੇ ਇਹ ਬਣਦੇ ਨੇ। ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਇਹਦੇ ਪਿੱਛੇ 3-4 ਚੀਜ਼ਾਂ ਦੀ ਖਾਸ ਇhtiyat ਵਰਤਣ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਪਰਿਸਰ ਦਾ ਜਿਹੜਾ ਆਲਾ ਦੁਆਲਾ ਹੈ ਇਹਦੀ ਕਿਤੇੋਂ ਵੀ ਪਟਾਈ ਕੀਤੀ ਜਾਵੇ। ਇਹਦੇ ਥੱਲੇ ਜ਼ਮੀਨਦੋਜ਼ ਇਮਾਰਤਾਂ ਜ਼ਰੂਰ ਨਿਕਲਣਗੀਆਂ। ਜਿਹੜੀ ਸਾਡੇ ਮਨ ਦੇ ਵਿੱਚ ਇਹ ਗੱਲ ਪਾਈ ਜਾ ਰਹੀ ਹੈ ਕਿ ਸ਼ਾਇਦ ਇੱਥੇ ਕੋਈ ਸੁਰੰਗ ਨਹੀਂ ਹੈ, ਨਹੀਂ, ਜੇਕਰ ਤੁਸੀਂ ਉਸ ਸਮੇਂ ਦੇ ਪੁਰਾਤਨ ਸਰੋਤਾਂ ਨੂੰ ਪੜ੍ਹੋ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਜਿਹੜੇ ਜ਼ਮੀਨਦੋਜ਼ ਕਮਰੇ ਸੀ ਜਿਨ੍ਹਾਂ ਨੂੰ ਸਰਦਖਾਨੇ ਕਿਹਾ ਜਾਂਦਾ ਸੀ, ਠੰਡੇ ਰਹਿਣ ਵਾਲੇ ਕਮਰੇ, ਉਹ ਤਕਰੀਬਨ ਇਹਨਾਂ ਬੁੰਗਿਆਂ ਦੇ ਵਿੱਚ ਤਾਮੀਰ ਕੀਤੇ ਗਏ ਸੀ। ਦੂਸਰੀ ਗੱਲ ਅਹਿਮ ਇਹ ਹੈ ਕਿ ਜਿਹੜੀ ਇਮਾਰਤ ਸੁਰੱਖਿਅਤ ਮਿਲੀ ਹੈ, ਵੇਖੋ ਅੱਜ ਕੱਲ੍ਹ ਤਾਂ ਬਹੁਤ ਸਾਰੇ ਸਾਧਨ ਨੇ। ਸਾਡੀ ਕਾਰ ਸੇਵਾ ਦੇ ਪ੍ਰਬੰਧ ਦੇ ਵਿੱਚ ਇੱਕ ਬਹੁਤ ਵੱਡੀ ਢਿੱਲ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਥਾਵਾਂ 'ਤੇ ਉਹ ਗਲਤ ਨੇ। ਬਹੁਤ ਥਾਵਾਂ 'ਤੇ ਜਿੱਥੇ ਨਵੇਂ ਲੰਗਰ ਤੇ ਨਵੀਆਂ ਇਮਾਰਤਾਂ ਉਹਨਾਂ ਨੇ ਤਾਮੀਰ ਕੀਤੀਆਂ ਨੇ ਉਹਨਾਂ ਦੇ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਦੀ ਭੂਮਿਕਾ ਚਲੋ ਵਧੀਆ ਮੰਨੀ ਜਾ ਸਕਦੀ ਹੈ। ਪਰ ਜਿੱਥੇ ਪੁਰਾਣੀਆਂ ਇਮਾਰਤਾਂ ਨੂੰ ਢਾਉਣ ਦੀ ਗੱਲ ਸੀ, ਅਜੇ ਤੱਕ ਕਮੇਟੀ ਦੇ ਵੱਲੋਂ ਜਾਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਇੱਕ ਮਾਹਿਰਾਂ ਦਾ ਗਠਿਤ ਨਹੀਂ ਕੀਤਾ ਗਿਆ, ਇੱਕ ਢਾਂਚਾ ਨਹੀਂ ਬਣਾਇਆ ਗਿਆ ਜਿਹਦੇ ਵਿੱਚ ਕੁਝ ਵਿਰਾਸਤੀ ਇਮਾਰਤਾਂ ਨੂੰ ਸਮਝਣ ਵਾਲੇ ਲੋਕ ਹੋਣ, ਕੁਝ ਇਤਿਹਾਸ ਨੂੰ ਸਮਝਣ ਵਾਲੇ ਲੋਕ ਹੋਣ। ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਿਆਨ ਆ ਗਿਆ ਕਿ ਕੁਝ ਵਿਰਾਸਤੀ ਇਮਾਰਤਾਂ ਦੇ ਮਾਹਰਾਂ ਨੂੰ ਜਿਹੜੇ ਪੁਰਾਤਤਵ ਵਿਭਾਗ ਨਾਲ ਸੰਬੰਧ ਰੱਖਦੇ ਨੇ
ਹੈਰੀਟੇਜ ਦੇ ਨਾਲ ਸੰਬੰਧ ਰੱਖਦੇ ਨੇ, ਤੇ ਕੁਝ ਜਿਹੜੇ ਇਤਿਹਾਸਕਾਰ ਨੇ ਉਹਨਾਂ ਦੀ ਕਮੇਟੀ ਜਿਹੜੀ ਹੈ ਉਹ ਇਸ ਚੀਜ਼ ਦੇ ਬਾਰੇ ਨਿਰਣਾ ਲਵੇਗੀ ਕਿ ਇਮਾਰਤਾਂ ਕਿੰਨੀਆਂ ਪੁਰਾਣੀਆਂ ਨੇ। ਪਰ ਕੋਈ ਔਖਾ ਕੰਮ ਨਹੀਂ, ਕਿਉਂਕਿ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਹਨਾਂ ਇਮਾਰਤਾਂ ਦੀ ਬਣਨ ਦੀ ਜਿਹੜੀ ਹੈ ਉਹ ਤਾਰੀਖ ਦਿੱਤੀ ਹੈ ਕਿ ਕਦੋਂ ਤਮੀਰ ਹੋਈਆਂ ਨੇ। 1870 ਦੇ ਵਿੱਚ ਮੀਆਂ ਸਿੰਘ ਵਾਲਾ, ਗਿਆਨੀਆਂ ਵਾਲਾ, ਤੇ 1861 ਦੇ ਵਿੱਚ ਤਮੀਰ ਹੋਇਆ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਕੁ ਪੁਰਾਣੇ ਇਹ ਬੁੰਗੇ ਨੇ। ਸੋ ਇਸ ਕਰਕੇ ਜਿਹੜਾ ਸਭ ਤੋਂ ਅਹਿਮ ਪੱਖ ਹੈ ਕਿ ਜਿਹੜਾ ਬੁੰਗਾ ਹੁਣ ਸਾਨੂੰ ਲੱਗਦਾ ਕਿ ਸੁਰੱਖਿਅਤ ਹਾਲਤ ਦੇ ਵਿੱਚ ਹੈ, ਤੇ ਅੱਜ ਕੱਲ੍ਹ ਬਹੁਤ ਜ਼ਿਆਦਾ ਤਕਨੀਕ ਹੈ, ਕਾਰ ਸੇਵਾ ਵਾਲੇ ਬਾਬਿਆਂ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਸੰਬੰਧਿਤ ਧਿਰਾਂ ਨਾਲ ਰਲ ਕੇ ਇੱਕ ਇਹੋ ਜਿਹਾ ਕੋਈ ਢਾਂਚਾ ਤਿਆਰ ਕਰ ਲੈਣਾ ਚਾਹੀਦਾ ਕਿ ਉਸ ਦੀ ਇਮਾਰਤ ਨੂੰ ਥੱਲੇ ਬਚਾ ਲਿਆ ਜਾਵੇ, ਤੇ ਜੇਕਰ ਨਵੀਂ ਇਮਾਰਤ ਤਮੀਰ ਕਰਨੀ ਉਸ ਦੇ ਉੱਪਰ ਕਰ ਲਈ ਜਾਵੇ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਹੋ ਸਕਦਾ ਹੈ, ਕਿਉਂਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਪ੍ਰਕਰਮਾਂ ਦੇ ਵਿੱਚੋਂ ਮੂਰਤੀਆਂ ਜਿਹੜੀਆਂ ਸੀ ਉਹ ਕੱਢੀਆਂ ਗਈਆਂ, ਇਹ ਵੀ ਹੋ ਸਕਦਾ ਹੈ ਕਿ ਕੱਲ੍ਹ ਨੂੰ ਤੁਸੀਂ ਹੋਰ ਕੋਈ ਅੱਗੇ ਖੁਦਾਈ ਕਰਦੇ ਹੋ ਤੇ ਕੋਈ ਕਿਸੇ ਕਹਿ ਸਕਦੇ ਹੋ ਕਿ ਹੋਰ ਧਰਮ ਦੀ ਕੋਈ ਮੂਰਤੀ ਜਾਂ ਕੋਈ ਚਿੰਨ੍ਹ ਨਿਕਲ ਆਵੇ, ਤੇ ਸਾਡੀ ਕੌਮ ਦੇ ਵਾਸਤੇ ਇੱਕ ਨਵਾਂ ਜਿਹੜਾ ਕਹਿ ਸਕਦੇ ਹੋ ਕਿ ਇੱਕ ਨਵਾਂ ਮਸਲਾ ਖੜਾ ਹੋ ਜਾਵੇ। ਸੋ ਮੇਰੇ ਖਿਆਲ ਦੇ ਨਾਲ ਸਾਨੂੰ ਬੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਵਾਚਣ ਦੀ ਲੋੜ ਹੈ। ਬੁੰਗਿਆਂ ਦਾ ਇਤਿਹਾਸ ਕਦੋਂ ਬਣੇ, ਕਿਵੇਂ ਬਣੇ, ਉਹ ਮੈਂ ਸਾਰਾ ਜਿਹੜਾ ਸੀਗਾ ਉਹ ਤੁਹਾਡੇ ਨਾਲ ਸਾਂਝਾ ਜਿਹੜਾ ਉਹ ਕਰ ਦਿੱਤਾ। ਪਰ ਇਹ ਇਵੇਂ ਦੀ ਗੱਲ ਨਹੀਂ ਹੈ, ਇਵੇਂ ਦਾ ਮਸਲਾ ਨਹੀਂ ਹੈ ਜਿਹੜਾ ਹੱਲ ਨਾ ਹੋ ਸਕੇ, ਬਲਕਿ ਸਮੱਸਿਆ ਇਹ ਹੈ ਕਿ ਕਾਰ ਸੇਵਾ ਵਾਲੇ ਜਿਹੜੇ ਬਾਬੇ ਹੈ ਉਹਨਾਂ ਨੂੰ ਵੀ ਹੁਣ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਕੌਮ ਬਹੁਤ ਚੇਤਨ ਹੋ ਚੁੱਕੀ ਹੈ, ਨੌਜਵਾਨਾਂ ਦੇ ਵਿੱਚ ਚੇਤਨਤਾ ਆ ਚੁੱਕੀ ਹੈ। ਨੌਜਵਾਨ ਹੁਣ ਜਾਂ ਕੌਮੀਅਤ ਜਿਹੜੀ ਹੈ ਜਾਂ ਸਾਡੀ ਕੌਮ ਹੈ, ਇਹ ਬਰਦਾਸ਼ਤ ਨਹੀਂ ਕਰੇਗੀ ਕਿ ਕਾਰ ਸੇਵਾ ਦੇ ਨਾਮ ਦੇ ਹੇਠ ਤੁਸੀਂ ਆਪਣੀਆਂ ਪੁਰਾਤਨ ਜਾਂ ਇਤਿਹਾਸਕ ਇਮਾਰਤਾਂ ਨੂੰ ਢਾਹ ਦਿਓ। ਸੋ ਜਦੋਂ ਵੀ ਕਿਸੇ ਇਮਾਰਤ ਦੀ ਕਿਸੇ ਵੀ ਤਰ੍ਹਾਂ ਦੀ ਕਹਿ ਸਕਦੇ ਹੋ ਕਿ ਪਹਿਲੀ ਗੱਲ ਤਾਂ ਜਿਹੜੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ। ਜਿਹੜਾ ਸਾਡੀ ਕੌਮ ਦੀ ਮਾਨਸਿਕਤਾ ਵਿੱਚ ਇਹ ਗੱਲ ਘਰ ਕਰ ਗਈ ਨਾ ਕਿ ਪੁਰਾਣੀ ਨੂੰ ਤੋੜ ਦਿਓ ਤੇ ਸੰਗਮਰਮਰ ਦੀ ਨਵੀਂ ਉਸਾਰ ਦਿਓ, ਸਭ ਤੋਂ ਵੱਧ ਨੁਕਸਾਨ ਸਾਡਾ ਉਸ ਚੀਜ਼ ਨੇ ਕੀਤਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਭਵਿੱਖ ਦੀ ਪੀੜ੍ਹੀ ਦੇ ਵਾਸਤੇ ਆਪਣੇ ਵਿਰਸੇ ਦੀ ਕੋਈ ਨਿਸ਼ਾਨੀ ਜਿਹੜੀ ਹੈ ਉਹ ਸਾਬਤ ਨਹੀਂ ਰਹਿਣ ਦਿੱਤੀ। ਸੋ ਇਸ ਕਰਕੇ ਉਹਨਾਂ ਨੂੰ ਵੀ ਕੁਝ ਇਤਿਹਾਸ ਕਰਨ ਦਾ ਤੇ ਕੁਝ ਜਿਹੜੇ ਪੁਰਾਤਨ ਇਮਾਰਤਾਂ ਦੇ ਜਾਣਕਾਰ ਨੇ ਉਹਨਾਂ ਦਾ ਗਠਨ ਕਰਨਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।